ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖਦਿਆਂ ਖਬਰਾਂ ਦੇ ਇਸ ਸੈਗਮੈਂਟ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸ਼ਬਦੀਸ਼ ਜੀ ਤੇ ਸੀਪੀ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਤੋਂ। ਸਵਾਗਤ ਹੈ ਜੀ ਤੁਹਾਡਾ ਭਖਦਿਆਂ ਖਬਰਾਂ ਵਿੱਚ। ਥੈਂਕ ਯੂ ਜੀ, ਥੈਂਕ ਯੂ। ਨਾਲ ਹੀ ਦਿਲਰਾਜ ਜੀ ਫੋਨ ਲਾਈਨ ਤੇ ਬਣੇ ਹੋਏ ਨੇ ਜੀ ਜਲੰਧਰ ਤੋਂ। ਦਿਲਰਾਜ ਜੀ ਤੁਹਾਡਾ ਵੀ ਸਵਾਗਤ ਹੈ ਜੀ। ਧੰਨਵਾਦ ਜੀ। ਗੱਲ ਕਰਾਂਗੇ ਜੀ ਕਾਂਗਰਸ ਪਾਰਟੀ ਦੀ, ਜਿਹੜੀ ਕਿ ਇਸ ਵੇਲੇ ਪੰਜਾਬ ਦੇ ਵਿੱਚ 2017 ਦੀ ਇਲੈਕਸ਼ਨ ਨੂੰ ਲੈ ਕੇ ਆਪਣੇ ਆਪ ਨੂੰ ਕਾਫੀ ਮਜ਼ਬੂਤ ਸਥਿਤੀ ਵਿੱਚ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਜੇ ਆਪਾਂ ਪਿਛਲੇ ਕੁਛ ਮਹੀਨਿਆਂ ਦੇ ਉੱਪਰ ਨਿਗਾਹ ਮਾਰੀਏ ਤਾਂ ਉਹਨਾਂ ਦੀ ਥੋੜ੍ਹੀ ਬਹੁਤ ਜਿਹੜੀ ਪੋਜੀਸ਼ਨ ਆ ਪੰਜਾਬ ਦੇ ਵਿੱਚ ਸੁਧਰੀ ਤਾਂ ਜ਼ਰੂਰ ਹੈ। ਹੁਣ ਨਵਜੋਤ ਸਿੱਧੂ ਨੇ ਵੀ ਜੁਆਇਨ ਕਰ ਲਿਆ। ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਨਵਜੋਤ ਸਿੱਧੂ ਦੇ ਆਉਣ ਦੇ ਨਾਲ ਉਹਨਾਂ ਦੀ ਥੋੜ੍ਹੀ ਬਹੁਤ ਹੋਰ ਜਿਹੜੀ ਪੋਜੀਸ਼ਨ ਹੈਗੀ ਹੈ ਸੁਧਰ ਜਾਵੇਗੀ। ਪਰ ਆਪਾਂ ਜੇ ਕਾਂਗਰਸ ਦੇ ਵਿੱਚ ਜਿਹੜਾ ਉਹਨਾਂ ਦਾ ਅੰਦਰੂਨੀ ਸੰਕਟ ਹੈਗਾ ਜੋ ਉਹਦੇ ਉੱਪਰ ਨਿਗਾਹ ਮਾਰੀਏ ਤਾਂ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਸੀਟਾਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਕੈਂਡੀਡੇਟਸ ਦੀ ਅਨਾਊਂਸਮੈਂਟ ਸੀ ਉਹਨੂੰ ਵੀ ਉਹਨਾਂ ਨੇ ਬਹੁਤ ਦੇਰੀ ਕਰ ਦਿੱਤੀ। ਬੜੀ ਮੁਸ਼ਕਿਲ ਨਾਲ ਨੋਮੀਨੇਸ਼ਨ ਭਰਨ ਤੋਂ ਇੱਕ ਦਿਨ ਪਹਿਲਾਂ ਤੱਕ ਜਾ ਕੇ ਉਹਨਾਂ ਦੇ ਕੈਂਡੀਡੇਟ ਫਾਈਨਲ ਹੋਏ ਨੇ, ਕਿਉਂਕਿ ਉਹਨਾਂ ਦੇ ਵਿੱਚ ਅੰਦਰੂਨੀ ਵਿਰੋਧ ਇੰਨਾ ਜ਼ਿਆਦਾ ਜਾਂ ਅੰਦਰੂਨੀ ਸੰਕਟ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਹੈ। ਜੇ ਆਪਾਂ 2012 ਦੀ ਗੱਲ ਕਰੀਏ ਉਸ ਵੇਲੇ ਵੀ ਕਾਂਗਰਸ ਜਿਹੜੀ ਹੈਗੀ ਆ ਜਿੱਤ ਦੀ ਪੋਜੀਸ਼ਨ ਦੇ ਵਿੱਚ ਸੀ, ਪਰ ਕਾਂਗਰਸ ਦੇ ਵਿੱਚ ਜਿਹੜੇ ਬਾਗੀ ਸੀਗੇ, ਜਿਹੜੇ ਉਸ ਵੇਲੇ ਟਿਕਟਾਂ ਨੂੰ ਲੈ ਕੇ ਬਾਗੀ ਹੋਏ ਲੋਕ ਸੀ, ਕਰੀਬ 22-24 ਦੇ ਕਰੀਬ ਲੋਕ ਬਾਗੀ ਹੋਏ ਸੀ ਉਸ ਵੇਲੇ ਕਾਂਗਰਸ ਦੇ ਲੀਡਰ। ਤੇ ਜਿਹੜੇ ਇੰਡੀਪੈਂਡੈਂਟ ਖੜੇ ਹੋ ਗਏ ਸੀ ਇਲੈਕਸ਼ਨ ਦੇ ਵਿੱਚ ਆਪਣੇ ਹੀ ਕਾਂਗਰਸ ਦੇ ਜਿਹੜੇ ਉਹਨਾਂ ਦੇ ਕੈਂਡੀਡੇਟ ਸੀ ਉਹਨਾਂ ਦੇ ਵਿਰੋਧ ਦੇ ਵਿੱਚ, ਉਹ ਜਿਹੜੇ ਕਾਂਗਰਸ ਦੀ ਉਸ ਵੇਲੇ ਹਾਰ ਦਾ ਵੱਡਾ ਕਾਰਨ ਬਣੇ ਸੀ। ਔਰ ਕਾਂਗਰਸ ਜਿੱਤਦਿਆਂ ਜਿਹੜੀ ਸੀ ਉਹ ਬਿਲਕੁਲ ਹਾਰੀ ਪੋਜੀਸ਼ਨ ਦੇ ਵਿੱਚ ਚਲੀ ਗਈ ਸੀ। ਔਰ ਅਕਾਲੀ ਦਲ ਜਿਹਦੀ ਕਿ ਉਦੋਂ ਉਮੀਦ ਨਹੀਂ ਕੀਤੀ ਜਾਂਦੀ ਸੀ ਕਿ ਦੁਬਾਰਾ ਆਏਗਾ, ਅਕਾਲੀ ਦਲ ਦੁਬਾਰਾ ਜਿਹੜਾ ਹੈ ਉਹ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਿਆ ਸੀ। ਇਸ ਵਾਰ ਵੀ ਸਿਚੁਏਸ਼ਨ ਕਾਂਗਰਸ ਦੀ ਕੁਛ ਉਸੇ ਤਰੀਕੇ ਦੀ ਫਿਰ ਦੁਬਾਰਾ ਬਣਦੀ ਜਾ ਰਹੀ ਹੈ। ਨੋਮੀਨੇਸ਼ਨ ਦੇ ਵਿੱਚ ਕਰੀਬ 25 ਦੇ ਕਰੀਬ ਜਿਹੜੇ ਕਾਂਗਰਸ ਦੇ ਬਾਗੀ ਨੇਤਾ ਸੀਗੇ ਉਹਨਾਂ ਨੇ ਆਪਣੇ ਹੀ ਉਮੀਦਵਾਰਾਂ ਦੇ ਖਿਲਾਫ ਪਰਚੇ ਭਰ ਦਿੱਤੇ ਸੀ, ਜਿਹਦੇ ਤੇ ਕਾਂਗਰਸ ਦੀ ਹਾਈ ਕਮਾਂਡ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਸਖਤ ਨੋਟਿਸ ਲਿਆ ਹੋਇਆ ਸੀ। ਆਪਣੇ ਨੋਮੀਨੇਸ਼ਨ ਵਾਪਸ ਲੈਣ ਦੀ ਆਖਰੀ ਤਰੀਕ ਤੱਕ 15 ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਕਾਮਯਾਬ ਹੋ ਗਏ ਨੇ ਵਾਪਸ ਆਪਣੇ ਉਹਨਾਂ ਦੇ ਪੇਪਰ ਜਿਹੜੇ ਹੈਗੇ ਵਾਪਸ ਕਰਾਉਣ ਦੇ ਵਿੱਚ। ਪਰ 10 ਅਜੇ ਵੀ ਅਜਿਹੇ ਲੋਕ ਨੇ, ਅਜਿਹੇ ਉਹਨਾਂ ਦੇ ਨੇਤਾ ਨੇ ਜਿਹੜੇ ਆਪਣੀ ਆੜ ਦੇ ਵਿੱਚ ਅੜੇ ਹੋਏ ਨੇ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਨੋਮੀਨੇਸ਼ਨਸ ਹੈਗੀਆਂ ਉਹ ਵਾਪਸ ਨਹੀਂ ਲਈਆਂ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਅਨਾਉਂਸ ਕਰ ਦਿੱਤਾ ਹੈ ਕਿ ਜਿਹੜੇ ਲੋਕ ਆਪਣੀਆਂ ਨੋਮੀਨੇਸ਼ਨਸ ਵਾਪਸ ਨਹੀਂ ਲੈਣਗੇ 48 ਘੰਟਿਆਂ ਦੇ ਵਿੱਚ ਜਾਂ ਉਹ ਪਿੱਛੇ ਨਹੀਂ ਹਟਣਗੇ, ਉਹਨਾਂ ਨੂੰ ਪਾਰਟੀ ਦੇ ਵਿੱਚੋਂ ਪੱਕੇ ਤੌਰ ਦੇ ਉੱਪਰ ਬਾਹਰ ਕਰ ਦਿੱਤਾ ਜਾਵੇਗਾ। ਤੇ ਹਾਈ ਕਮਾਂਡ ਦਾ ਇਹ ਫੈਸਲਾ ਹੈ ਕਿ ਜਿਹੜੇ ਲੋਕਾਂ ਨੂੰ ਇਸ ਵਾਰ ਪਾਰਟੀ ਨੂੰ ਡੈਮੇਜ ਕਰਨ ਕਰਕੇ ਜਾਂ ਪਾਰਟੀ ਨੂੰ ਨੁਕਸਾਨ ਦੇਣ ਵਾਲੇ ਹਾਲਾਤ ਪੈਦਾ ਕਰਨ ਕਰਕੇ ਪਾਰਟੀ ਵਿੱਚੋਂ ਕੱਢਿਆ ਜਾਵੇਗਾ, ਉਹਨਾਂ ਨੂੰ ਦੁਬਾਰਾ ਪਾਰਟੀ ਦੇ ਵਿੱਚ ਲਿਆ ਨਹੀਂ ਜਾਵੇਗਾ। ਪਰ ਇਸ ਦੇ ਬਾਵਜੂਦ ਵੀ ਅਜੇ 10 ਜਿਹੜੇ ਉਹਨਾਂ ਦੇ ਬਾਗੀ ਨੇਤਾ ਆ ਉਹ ਇਲੈਕਸ਼ਨ ਦੇ ਵਿੱਚ ਖੜੇ ਨੇ। ਉਹਨਾਂ ਨੇ ਆਪਣੇ ਨੋਮੀਨੇਸ਼ਨ ਦੇ ਫਾਰਮ ਜਿਹੜੇ ਉਹ ਵਾਪਸ ਨਹੀਂ ਲਏ, ਉਹ ਆਪਣੀ ਜਿੱਦ ਦੇ ਉੱਪਰ ਅੜੇ ਹੋਏ ਨੇ। ਆਪਾਂ ਥੋੜ੍ਹਾ ਜਿਹਾ ਨਿਗਾਹ ਮਾਰ ਲੈਂਦੇ ਹਾਂ ਕਿਹੜੇ ਹਲਕੇ ਤੋਂ ਕੌਣ ਜਿਹੜਾ ਹੈ ਉਹ ਇਸ ਵੇਲੇ ਜਿਹੜਾ ਹੈ ਉਹ ਕਾਂਗਰਸ ਦੇ ਵਿੱਚੋਂ ਨਿਕਲ ਕੇ ਕਾਂਗਰਸ ਦੇ ਹੀ ਉਮੀਦਵਾਰ ਦੇ ਖਿਲਾਫ ਬਾਗੀ ਬਣ ਕੇ ਖੜਾ ਹੈ। ਬੰਗਿਆਂ ਦੀ ਗੱਲ ਕਰੀਏ ਤੇ ਤਰਲੋਚਨ ਸਿੰਘ ਉੱਥੋਂ ਇਸ ਵੇਲੇ ਆਜ਼ਾਦ ਖੜ ਚੁੱਕੇ ਨੇ। ਸੁਜਾਨਪੁਰ ਤੋਂ ਨਰੇਸ਼ਪੁਰੀ ਖੜ ਚੁੱਕੇ ਨੇ। ਨਰੇਸ਼ਪੁਰੀ 2012 ਵਿੱਚ ਵੀ ਬਾਗੀ ਹੋਏ ਸੀ ਕਾਂਗਰਸ ਨਾਲੋਂ, ਔਰ ਉਸ ਵੇਲੇ ਜਿਹੜੀ ਉੱਥੇ ਦੀ ਇਹ ਸੀਟ ਸੀ ਬੀਜੇਪੀ ਨੇ ਜਿੱਤੀ ਹੀ ਇਸ ਕਰਕੇ ਸੀ ਕਿਉਂਕਿ ਨਰੇਸ਼ਪੁਰੀ ਉਸ ਵੇਲੇ ਉੱਥੋਂ ਖੜ ਗਏ ਸੀ, ਕਿਉਂਕਿ 27,000 ਵੋਟਾਂ ਆਜ਼ਾਦ ਖੜ ਕੇ ਉਹ ਲੈ ਗਏ ਸੀ। ਔਰ ਬੀਜੇਪੀ 50,000 ਵੋਟ ਦੇ ਨਾਲ ਟੋਟਲ ਵੋਟ ਬੀਜੇਪੀ ਨੂੰ 50,000 ਪਈ ਸੀ ਔਰ ਨਰੇਸ਼ਪੁਰੀ ਦੂਜੇ ਨੰਬਰ ਤੇ ਉਸ ਵੇਲੇ ਆ ਗਏ ਸੀ ਔਰ ਕਾਂਗਰਸ ਜਿਹੜੀ ਹੈਗੀ ਆ ਉਹ ਤੀਸਰੇ ਨੰਬਰ ਤੇ ਖਿਸਕ ਗਈ ਸੀ। ਅਗਰ ਇਹ ਇਕੱਠੇ ਹੋ ਕੇ ਲੜਦੇ ਤਾਂ ਸ਼ਾਇਦ ਉਸ ਵੇਲੇ ਜਿਹੜੀ ਇਹ ਸੀਟ ਸੀ ਉਹ ਕਾਂਗਰਸ ਕੱਢ ਸਕਦੀ ਸੀ। ਔਰ ਇੱਥੋਂ ਇੱਕ ਗੱਲ ਤੇ ਸਾਬਤ ਹੁੰਦੀ ਹੈ ਕਿ ਬਾਗੀ ਨਰੇਸ਼ਪੁਰੀ ਨੇ ਉਸ ਵੇਲੇ ਜਿਹੜੀ ਸੀਟ ਸੀ ਸੁਜਾਨਪੁਰ ਦੀ ਉਹ ਕਾਂਗਰਸ ਦੇ ਹੱਥੋਂ ਗਵਾ ਦਿੱਤੀ ਸੀ। ਪਠਾਨਕੋਟ ਦੀ ਸੀਟ ਦਾ ਆਪਾਂ ਜੇ ਜ਼ਿਕਰ ਕਰੀਏ ਤੇ ਉਸ ਵੇਲੇ ਅਸ਼ੋਕ ਸ਼ਰਮਾ ਬਾਗੀ ਹੋਏ ਸੀ। ਇਸ ਵਾਰੀ ਫਿਰ ਦੁਬਾਰਾ ਬਾਗੀ ਨੇ, ਉਹਨਾਂ ਨੇ 20,000 ਵੋਟ ਉਸ ਵੇਲੇ ਲਈ ਸੀ ਔਰ ਕਾਂਗਰਸ ਦੀ ਜਿਹੜੀ ਹਾਰ ਹੋਈ ਸੀ ਬੀਜੇਪੀ ਕੋਲੋਂ ਉਹ 17,000 ਵੋਟਾਂ ਦੇ ਫਰਕ ਨਾਲ ਹੋਈ ਸੀ। ਇੱਥੋਂ ਇਹ ਵੀ ਕਲੀਅਰ ਹੁੰਦਾ ਕਿ ਪਠਾਨਕੋਟ ਦੀ ਸੀਟ ਵੀ ਕਾਂਗਰਸ ਦੀ ਆਪਸੀ ਅੰਦਰੂਨੀ ਲੜਾਈ ਦੇ ਚੱਲਦਿਆਂ ਹੀ ਜਿਹੜੀ ਕਾਂਗਰਸ ਦੇ ਹੱਥੋਂ ਨਿਕਲੀ ਸੀ। ਇਸੇ ਤਰੀਕੇ ਨਾਲ ਨਕੋਦਰ ਤੋਂ ਗੁਰਵਿੰਦਰ ਅਟਵਾਲ ਬਾਗੀ ਖੜ ਗਏ ਨੇ ਕਾਂਗਰਸ ਵੱਲੋਂ। ਗੜ੍ਹਸ਼ੰਕਰ ਤੋਂ ਨਿਮੀਸ਼ਾ ਮਹਿਤਾ, ਸੁਨਾਮ ਤੋਂ ਰਜਿੰਦਰ ਦੀਪਾ, ਅਮਲੋਹ ਤੋਂ ਜਗਮੀਤ ਸੋਤਾ, ਲੁਧਿਆਣਾ ਨੌਰਥ ਤੋਂ ਹੇਮਰਾਜ ਅਗਰਵਾਲ,
ਮੌੜ ਤੋਂ ਸੁਖਰਾਜ ਸਿੰਘ ਨੱਟ ਤੇ ਬਸੀ ਪਠਾਣਾ ਤੋਂ ਹਰਨੇਕ ਦੀਵਾਨਾ ਜੀ ਹਰਨੇਕ ਦੀਵਾਨਾ ਜੀ ਜਿਹੜੇ ਹੈਗੇ ਨੇ ਉਹ ਬਾਗੀ ਤੌਰ ਦੇ ਉੱਪਰ ਖੜ ਚੁੱਕੇ ਨੇ, ਜਿਹੜੇ ਕਿ ਇਸ ਵੇਲੇ ਵੀ ਕਾਂਗਰਸ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਦਾ ਕਾਰਨ ਬਣੇ ਹੋਏ ਨੇ। ਪੂਰਾ ਜ਼ੋਰ ਲੱਗਿਆ ਹੋਇਆ ਕਾਂਗਰਸ ਦਾ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਬਿਠਾ ਦਿੱਤਾ ਜਾਵੇ, ਕਿਉਂਕਿ ਬਹੁਤ ਵੱਡਾ ਨੁਕਸਾਨ ਹੋਵੇਗਾ ਇਹ 10 ਸੀਟਾਂ ਅਗਰ ਇਹਨਾਂ ਦੇ ਬਾਗੀ ਜਿਹੜੇ ਨੇਤਾ ਹੈਗੇ ਉਹਨਾਂ ਦੇ ਕਰਕੇ ਕਾਂਗਰਸ ਹਾਰ ਜਾਂਦੀ ਹੈ। ਸ਼ਿਵਦੀਪ ਜੀ, ਗੱਲਬਾਤ ਸ਼ੁਰੂ ਕਰਾਂਗੇ ਜੀ ਤੁਹਾਡੇ ਕੋਲੋਂ। ਕੀ ਲੱਗਦਾ ਤੁਹਾਨੂੰ ਕਿ ਪਿਛਲੀ ਵਾਰ ਵਾਂਗੂ ਇਸ ਵਾਰੀ ਵੀ ਕਾਂਗਰਸ ਦਾ ਜਿਹੜਾ ਅੰਦਰੂਨੀ ਸੰਕਟ ਆ ਉਹ ਕਾਂਗਰਸ ਨੂੰ ਪੰਜਾਬ ਦੇ ਵਿੱਚ ਢਹਿੰਦੀ ਜਿਹੜੀ ਹੈ ਦਿਸ਼ਾ ਵੱਲ ਲੈ ਕੇ ਜਾਵੇਗਾ? ਕੁਲਬੀਰ ਜੀ, ਜਦੋਂ ਕਾਂਗਰਸ ਆਪਣੇ ਬਾਗੀਆਂ ਨੂੰ ਹਮੇਸ਼ਾ ਲਈ ਪਾਰਟੀ ਤੋਂ ਅਲਵਿਦਾ ਕਹਿਣ ਦਾ ਧਮਕੀ ਦੇ ਰਹੀ ਹੈ ਤਾਂ ਉਹਦਾ ਇੱਕ ਅਰਥ ਤਾਂ ਇਹੀ ਹੈ ਕਿ ਬਾਗੀਆਂ ਦੇ ਸੰਕਟ ਨੂੰ ਪਾਰਟੀ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ ਔਰ ਪਿਛਲੀ ਵਾਰ ਦਾ ਜਿਹੜਾ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਸੀ ਉਹਦੇ ਤੋਂ ਉਹ ਸਬਕ ਸਿੱਖ ਚੁੱਕੀ ਆ ਔਰ ਦੁਬਾਰਾ ਉਸ ਸਿਚੁਏਸ਼ਨ ਨੂੰ ਫੇਸ ਨਹੀਂ ਕਰਨਾ ਚਾਹੁੰਦੀ, ਕਿਉਂਕਿ ਪਿਛਲੀ ਵਾਰ ਬਹੁਤ ਹੱਦ ਤੱਕ ਧੜੇਬੰਦੀ ਪੂਰੀ ਤਰ੍ਹਾਂ ਸਰਗਰਮੀ ਦੇ ਨਾਲ ਇੱਕ ਦੂਜੇ ਦੇ ਖਿਲਾਫ ਭੁਗਤ ਰਹੀ ਸੀ। ਇਸ ਵਾਰ ਸ਼ਾਇਦ ਸਰਗਰਮ ਤਰੀਕੇ ਦੇ ਨਾਲ ਧੜੇਬੰਦੀ ਤਾਂ ਨਹੀਂ ਇੱਕ ਦੂਜੇ ਦੇ ਖਿਲਾਫ ਭੁਗਤ ਰਹੀ, ਪਰ ਬਾਗੀ ਲੋਕ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਲਾਜ਼ਮੀ ਤੌਰ ਤੇ ਵੱਡੇ ਨੇਤਾਵਾਂ ਦੀ ਸ਼ਹਿ ਉੱਤੇ ਕੰਮ ਕਰ ਰਹੇ ਹੋਣਗੇ। ਉਹਨਾਂ ਨੂੰ ਸਦਾ ਲਈ ਪਾਰਟੀ ਚੋਂ ਅਲਵਿਦਾ ਕਹਿਣ ਦੀ ਜੇ ਧਮਕੀ ਦਿੱਤੀ ਜਾ ਰਹੀ ਹੈ ਤਾਂ ਸ਼ਾਇਦ ਉਹ ਇਸ ਕਰਕੇ ਵੀ ਹੈ ਕਿ ਉਹ ਇਹ ਨਾ ਸਮਝ ਲੈਣ ਕਿ ਚੋਣਾਂ ਤੋਂ ਬਾਅਦ ਜਿਹੜੇ ਲੋਕੀ ਵੱਧ ਵੋਟਾਂ ਲੈ ਜਾਂਦੇ ਨੇ ਬਾਅਦ ਦੇ ਵਿੱਚ ਉਹ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਮੁੜ ਐਸਟੈਬਲਿਸ਼ ਕਰ ਲੈਂਦੇ ਨੇ। ਕਿਉਂਕਿ ਜੇ ਅਸੀਂ ਪਿਛਲੀ ਚੋਣ ਦੇ ਵਿੱਚ ਹੋਏ ਬਾਗੀਆਂ ਦੀ ਵੀ ਗੱਲ ਕਰੀਏ ਤਾਂ ਉਹਨਾਂ ਚੋਂ ਬਹੁਤ ਸਾਰੇ ਨੇ ਜਿਹੜੇ ਹੋਰ ਪਾਰਟੀ ਦੇ ਵੱਲੋਂ ਕੈਂਡੀਡੇਟ ਚੁਣੇ ਗਏ ਨੇ, ਕਈ ਤਾਂ ਇਦਾਂ ਦੇ ਕੈਂਡੀਡੇਟ ਵੀ ਚੁਣੇ ਗਏ ਨੇ ਜਿਨ੍ਹਾਂ ਨੇ ਪੂਰੀ ਤਰ੍ਹਾਂ ਹਰਾਉਣ ਦੇ ਵਿੱਚ ਹੀ ਰੋਲ ਪਲੇ ਕੀਤਾ ਸੀ। ਇਸ ਕਰਕੇ ਪਾਰਟੀ ਨੇ ਹੁਣ ਏਡੀ ਵੱਡੀ ਧਮਕੀ ਦਿੱਤੀ ਯਾਰ, ਮੈਨੂੰ ਲੱਗਦਾ ਕਿ ਜੇ ਇਸ ਵਾਰ ਵੀ ਇਸ ਵਜ੍ਹਾ ਕਰਕੇ ਪਾਰਟੀ ਹਾਰ ਗਈ ਤਾਂ ਮੇਰਾ ਖਿਆਲ ਉਹਦੀ ਧੜੇਬੰਦੀ ਪਹਿਲਾਂ ਨਾਲੋਂ ਹੋਰ ਵੱਧ ਜਾਏਗੀ ਤੇ ਜੇ ਇਸ ਸਾਰੇ ਕੁਝ ਦੇ ਬਾਵਜੂਦ ਪਾਰਟੀ ਆਪਣੀ ਪੋਜੀਸ਼ਨ ਕਾਇਮ ਰੱਖਣ ਦੇ ਵਿੱਚ ਸਫਲ ਰਹੀ ਤਾਂ ਲਾਜ਼ਮੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਇਹਦਾ ਕ੍ਰੈਡਿਟ ਲੈਣ ਦੇ ਕਾਬਿਲ ਬਣ ਜਾਣਗੇ। ਪਰ ਜਿੱਥੋਂ ਤੱਕ ਵੈਸੇ ਪੰਜਾਬ ਦੇ ਰਿਜ਼ਲਟ ਦਾ ਸੰਬੰਧ ਹੈ, ਮੈਨੂੰ ਨਹੀਂ ਪਤਾ ਮੈਂ ਕਿੰਨਾ ਗਲਤ ਹੈ ਕਿੰਨਾ ਠੀਕ ਹੈ, ਪਰ ਮੈਨੂੰ ਹੰਗ ਅਸੈਂਬਲੀ ਬਣਦੀ ਹੋਈ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ। ਤੇ ਜੇ ਅਸੀਂ ਹੋਰਨਾਂ ਮੁੱਦਿਆਂ ਉੱਤੇ ਚਰਚਾ ਕਰੀਏ ਤਾਂ ਇੱਕ ਗੱਲ ਪੱਕੀ ਹੈ ਕਿ ਕਾਂਗਰਸ ਜਿਹੜੀ ਕਿਸੇ ਵੇਲੇ ਬੜੀ ਇਕਮੁੱਠ ਪਾਰਟੀ ਹੋਇਆ ਕਰਦੀ ਸੀ, ਪੰਜਾਬ ਦੇ ਬਦਲੇ ਹੋਏ ਹਾਲਾਤ ਦੇ ਵਿੱਚ ਲਗਾਤਾਰ ਜਿਹੜੀ ਆ ਉਹ ਸੰਕਟ ਦੀ ਸ਼ਿਕਾਰ ਹੈ। ਵੈਸੇ ਪੰਜਾਬ ਦੀ ਕਾਂਗਰਸ ਦਾ ਸੰਕਟ ਬਹੁਤ ਨਵਾਂ ਵੀ ਨਹੀਂ ਆ, 70ਵਿਆਂ ਤੋਂ ਲੈ ਕੇ ਗਿਆਨੀ ਜ਼ੈਲ ਸਿੰਘ ਦੇ ਦੌਰ ਤੋਂ ਲੈ ਕੇ ਦਰਬਾਰਾ ਸਿੰਘ ਦੇ ਦੌਰ ਤੱਕ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਆਉਣ ਤੱਕ ਕਾਂਗਰਸ ਦੇ ਵਿੱਚ ਸ਼ਾਇਦ ਹੀ ਕਦੇ ਕੋਈ ਦੌਰ ਆਇਆ ਹੋਵੇ ਕਿ ਉਹ ਪਾਰਟੀ ਦੇ ਅੰਦਰ ਧੜੇਬੰਦੀ ਨਾ ਰਹੀ ਹੋਵੇ। ਪਾਰਟੀ ਦੇ ਅੰਦਰ ਧੜੇਬੰਦੀ ਦੇ ਕਾਰਨ ਅਲੱਗ-ਅਲੱਗ ਹੋ ਸਕਦੇ ਨੇ, ਪਰ ਇੱਕ ਕਾਰਨ ਉਹ ਵੀ ਹੈ ਕਿ ਪਾਰਟੀ ਆਮ ਤੌਰ ਦੇ ਉੱਤੇ ਕਿਸਾਨੀ ਕੇਂਦਰਿਤ ਰਹਿੰਦੀ ਹੈ ਔਰ ਕਿਸਾਨੀ ਦੇ ਵਿੱਚੋਂ ਜਿਹੜੇ ਨੇਤਾ ਹੁੰਦੇ ਨੇ ਉਹਨਾਂ ਨੂੰ ਹੀ ਵੱਧ ਵੇਟ ਮਿਲਦਾ ਵਾ। ਔਰ ਜਿੱਦਾਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਸੰਕਟ ਰਹਿੰਦਾ ਤੇ ਸ਼ਹਿਰੀ ਖੇਤਰ ਭਾਜਪਾ ਦੇ ਪੱਲੇ ਪੈ ਜਾਂਦਾ, ਕਾਂਗਰਸ ਦੇ ਵਿੱਚ ਵੀ ਕਿਸੇ ਦੌਰ ਦੇ ਵਿੱਚ ਸ਼ਹਿਰੀ ਖੇਤਰ ਦੇ ਵਿੱਚ ਬਿਜ਼ਨਸਮੈਨ ਵਪਾਰੀ ਹਿੰਦੂ ਜਿਹੜੇ ਹੁੰਦੇ ਸੀ ਉਹ ਕਾਂਗਰਸ ਨਾਲ ਜੁੜੇ ਰਹਿੰਦੇ ਸੀ, ਪਰ ਪੰਜਾਬ ਦੇ ਵਿੱਚ ਡੋਮੀਨੇਸ਼ਨ ਜਿਹੜੀ ਉਹ ਕਿਸਾਨੀ ਦੀ ਤੇ ਸਿੱਖ ਹੈਜਮੋਨਿਕ ਬਣੀ ਰਹਿੰਦੀ ਸੀ। ਕਾਂਗਰਸ ਦੇ ਵਿੱਚ ਵੀ ਇਹ ਬਣੀ ਹੋਈ ਹੈ। ਇਸ ਸੱਚਾਈ ਨੂੰ ਸਾਨੂੰ ਜ਼ਰੂਰ ਫੇਸ ਕਰਨਾ ਚਾਹੀਦਾ। ਗੱਲਾਂ ਹੋਰ ਵੀ ਹੋ ਸਕਦੀਆਂ ਨੇ, ਪਰ ਮੈਂ ਚਾਹਾਂਗਾ ਬਾਕੀ ਦੇ ਦੋਸਤ ਇਹਦੇ ਵਿੱਚ ਆਪਣੀ ਗੱਲ ਤੋੜ ਲੈਣ। ਸੀਪੀ ਜੀ, ਕੀ ਲੱਗਦਾ ਤੁਹਾਨੂੰ ਕਿ ਕੈਪਟਨ ਅਮਰਿੰਦਰ ਸਿੰਘ ਕਾਮਯਾਬ ਹੋ ਜਾਣਗੇ ਜਾਂ ਪਿਛਲੀ ਵਾਰ 22-23 ਸੀਟਾਂ ਦੇ ਉੱਪਰ ਜਿਹੜਾ ਉਹਨਾਂ ਨੇ ਨੁਕਸਾਨ ਝੱਲਿਆ ਸੀਗਾ ਇਹ ਤੇ ਸਿੱਧਾ ਨੁਕਸਾਨ ਸੀ, ਇਸ ਤੋਂ ਇਲਾਵਾ ਵੀ ਅੰਦਰੂਨੀ ਰੂਪ ਦੇ ਵਿੱਚ ਵੀ ਕਾਂਗਰਸ ਨੂੰ ਪਿਛਲੀ ਵਾਰ ਕਿਉਂਕਿ ਵੱਡੇ ਤੌਰ ਦੇ ਉੱਪਰ ਬਗਾਵਤ ਸੀ, ਵੱਡੇ ਤੌਰ ਦੇ ਉੱਪਰ ਉਹਨਾਂ ਦੇ ਵਿੱਚ ਵਿਰੋਧਤਾ ਸੀ, ਸਹਿਣਾ ਪਿਆ ਸੀਗਾ, ਪਰ ਇਸ ਵਾਰੀ ਜਿੱਦਾਂ ਸ਼ਬਦੀਪ ਜੀ ਨੇ ਹੁਣੇ ਜ਼ਿਕਰ ਕੀਤਾ ਕਿ ਬੀਬੀ ਭੱਠਲ ਤੇ ਬਾਜਵਾ ਸਾਹਿਬ ਸ਼ਾਇਦ ਓਪਨਲੀ ਉਹਨਾਂ ਵਿਰੋਧ ਨਹੀਂ ਕਰ ਰਹੇ, ਪਰ ਜਿਹੜੇ ਕੁਛ ਇੱਕ ਬਾਗੀ ਲੋਕ ਨੇ ਜਿਨ੍ਹਾਂ 'ਚ ਕੁਛ ਲੋਕਾਂ ਨੂੰ ਤੇ ਇਹਨਾਂ ਨੇ ਆਪਣੇ ਨਾਲ ਜੋੜ ਲਿਆ ਜਾਂ ਉਹਨਾਂ ਨੂੰ ਸ਼ਾਂਤ ਕਰਾਉਣ ਦੇ ਵਿੱਚ ਕਾਮਯਾਬ ਹੋ ਗਏ, ਪਰ 10 ਸੀਟਾਂ ਤੇ ਅਜੇ ਵੀ ਸਿਚੁਏਸ਼ਨ ਐਸੀ ਬਣੀ ਹੋਈ ਆ ਕਿ ਕਾਂਗਰਸ ਨੂੰ ਬਹੁਤ ਵੱਡੀ ਇੱਥੋਂ ਜਿਹੜੀ ਹੈਗੀ ਆ ਨੁਕਸਾਨ ਦੀ ਉਮੀਦ ਦਿਖ ਰਹੀ ਹੈ ਜੀ। ਕੁਲਵੀਰ ਜੀ, ਬਿਲਕੁਲ ਜੇ ਅਸੀਂ 2012 ਨਾਲ ਕੰਪੇਅਰ ਕਰੀਏ ਤਾਂ ਇਸ ਵਾਰ ਜਿਹੜੀ
ਕਾਂਗਰਸ ਦੀ ਸਿਚੁਏਸ਼ਨ ਹੈ ਉਹ ਕਾਫੀ ਇੰਪਰੂਵ ਹੈ, ਚਾਹੇ ਦੇ ਵਿੱਚ ਕੈਪਟਨ ਸਾਹਿਬ ਦੀ ਮਿਹਨਤ ਜਾਂ ਜਿਹੜੇ ਉਹਨਾਂ ਦੇ ਮੇਨ ਪ੍ਰਮੁੱਖ ਲੀਡਰ ਨੇ ਉਹਨਾਂ ਦੇ ਵਿੱਚ ਜਿਹੜੀ ਖਿੱਚੋਤਾਣ ਸੀਗੀ ਉਹ ਓਪਨਲੀ ਸਾਹਮਣੇ ਨਹੀਂ ਆ ਰਹੀ, ਲੇਕਿਨ ਫਿਰ ਵੀ ਉਹ ਹਰ ਇੱਕ ਸਟੇਜ ਦੇ ਵਿੱਚ ਇਕੱਠੇ ਬੈਠ ਕੇ ਰੈਲੀਆਂ ਕਰ ਰਹੇ ਨੇ। ਇਸ ਚੀਜ਼ ਨੇ 2012 ਤੋਂ 2017 ਤੱਕ ਦੀ ਸਿਚੁਏਸ਼ਨ ਨੂੰ ਕਾਫੀ ਇੰਪਰੂਵ ਕੀਤਾ ਹੈ ਕਾਂਗਰਸ ਦੀ ਨੂੰ। ਔਰ ਈਵਨ ਤੁਸੀਂ ਦੇਖੋ ਮੈਕਸਿਮਮ ਬੰਦੇ ਜਿਹੜੇ ਅਮਰਿੰਦਰ ਸਿੰਘ ਦੇ ਐਫਰਟ ਦੇ ਨਾਲ ਕਹਿ ਲਓ ਜਾਂ ਉਹਨਾਂ ਨੂੰ ਮਨਾਉਣ ਦੇ ਤਰੀਕਿਆਂ ਦੇ ਨਾਲ ਮੰਨ ਗਏ ਨੇ, ਪਰ ਫਿਰ ਵੀ ਜਿਹੜੇ ਹਜੇ 10 ਜਿਹੜੇ ਬਾਗੀ ਹੋਏ ਨੇ ਉਹਨਾਂ ਨੂੰ ਵੀ ਅਮਰਿੰਦਰ ਸਿੰਘ ਕਾਫੀ ਦੇਰ ਤੋਂ ਟਾਈ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਗੱਲਬਾਤ ਵੀ ਹੋਈ, ਲੇਕਿਨ ਜਦੋਂ ਕੱਲ ਉਹ ਇਹ ਚੀਜ਼ ਕਲੀਅਰ ਹੋ ਗਈ ਕਿ ਉਹ ਨਹੀਂ, ਉਹ ਟਿਕਟ ਅਲਾਟ ਹੋ ਚੁੱਕੀ ਹੈ, ਨਾਮ ਵਾਪਸ ਨਹੀਂ ਲੈਣਗੇ, ਫਿਰ ਉਹਨਾਂ ਨੇ ਇਹ ਚੀਜ਼ ਇਹ ਗੱਲ ਕਹੀ ਕਿ ਉਹਨਾਂ ਨੂੰ ਪਾਰਟੀ ਚੋਂ ਐਕਸਪੈਲ ਕਰ ਦਿੱਤਾ ਜਾਵੇਗਾ ਔਰ ਪਾਰਟੀ ਦੇ ਵਿੱਚ ਦੁਬਾਰਾ ਕਦੀ ਵੀ ਨਹੀਂ ਲਿਆ ਜਾਵੇਗਾ। ਸੋ ਤੁਸੀਂ ਬਾਕੀ ਪਾਰਟੀਆਂ ਨਾਲ ਜੇ ਕੰਪੇਅਰ ਕਰੋ ਤਾਂ ਅਕਾਲੀ ਦਲ ਦੇ ਵਿੱਚ ਸਿਰਫ 5 ਬਾਗੀ ਔਰ ਭਾਜਪਾ ਦੇ ਵਿੱਚ ਸਿਰਫ 1 ਬਾਗੀ ਹਾਲੇ ਤੱਕ ਸਾਹਮਣੇ ਆਇਆ, ਔਰ ਇਸ ਚੀਜ਼ ਦਾ ਕਾਂਗਰਸ ਨੂੰ ਆਈ ਥਿੰਕ ਬਿਲਕੁਲ ਨੁਕਸਾਨ ਹੋਣ ਜਾ ਰਿਹਾ, ਕਿਉਂਕਿ ਜਿਹੜੇ ਬਾਗੀ ਉਹਨਾਂ ਦੇ ਖਿਲਾਫ ਖੜੇ ਨੇ, ਇੰਡੀਪੈਂਡੈਂਟ ਖੜੇ ਨੇ, ਚਾਹੇ ਉਸ ਨਾਮ ਤੋਂ ਦੀਪਾ ਜੀ ਹੋਣ ਜਾਂ ਚਾਹੇ ਹੋਰ ਏਰੀਆ ਦੇ ਵਿੱਚ ਹੋਣ, ਉਸ ਚੀਜ਼ ਦਾ ਵੋਟ ਕਟਿੰਗ ਦੇ ਵਿੱਚ ਜਿਹੜਾ ਉਹ ਆਪਣਾ ਯੋਗਦਾਨ ਪਾਉਂਦੇ ਨੇ ਉਹ ਕਾਂਗਰਸ ਨੂੰ ਲਾਸ ਦੇ ਵਿੱਚ ਲੈ ਜਾਂਦਾ ਹੈ, ਕਿਉਂਕਿ ਜਿਹੜੀ ਸਿੱਧੀ ਵੋਟ ਕਾਂਗਰਸ ਨੂੰ ਉਸ ਕੈਂਡੀਡੇਟ ਦੇ ਥਰੂ ਮਿਲਣੀ ਹੁੰਦੀ ਹੈ ਉਹ ਆਪਣੇ ਉੱਪਰ ਆਪਣੇ ਨਾਲ ਖਿੱਚ ਲੈਂਦਾ ਹੈ, ਔਰ ਇਸ ਕਰਕੇ ਉਹ ਜਿਹੜਾ ਲਾਸ ਹੈ ਕਾਂਗਰਸ ਨੂੰ ਭੁਗਤਣਾ ਪੈਂਦਾ। ਪਰ ਜੇ ਅਸੀਂ 2012 ਨਾਲ ਕੰਪੇਅਰ ਕਰੀਏ ਤਾਂ ਇਸ ਵਾਰ ਜਿਹੜੀ ਕਾਂਗਰਸ ਨੇ ਆਪਣੀ ਥੋੜੀ ਜਿਹੀ ਸਥਿਤੀ ਸੰਭਾਲੀ ਹੈ। ਹਾਲਾਂਕਿ ਵੋਟਾਂ ਦੇ ਜਿਹੜੇ ਕੈਂਡੀਡੇਟ ਦੀ ਲਿਸਟ ਜਿਹੜੀ ਹੈ ਉਹ ਲੇਟ ਕਰਨ ਦਾ ਕਾਰਨ ਵੀ ਉਹਨਾਂ ਨੇ ਇਹੀ ਰੱਖਿਆ ਸੀ ਕਿ ਸ਼ਾਇਦ ਬਾਗੀ ਪੈਦਾ ਹੋਣਗੇ, ਲੇਕਿਨ ਟਾਈਮ ਘੱਟ ਹੋਣ ਕਰਕੇ ਉਹਨਾਂ ਨੂੰ ਕਵਰ ਅਪ ਕਰ ਲਿਆ ਜਾਊਗਾ। ਪਰ ਫਿਰ ਵੀ ਹਲੇ ਜਿਹੜੇ 10 ਕੈਂਡੀਡੇਟ ਹੈ ਉਹਨਾਂ ਨੂੰ 10 ਸੀਟਾਂ ਦੇ ਉੱਪਰ ਭਾਰੀ ਜ਼ਰੂਰ ਪੈਣਗੇ, ਔਰ ਜਿਹੜੇ ਰਿਜ਼ਲਟ ਹੈ ਵੋਟਾਂ ਦੇ ਵਿੱਚੋਂ ਤੁਸੀਂ ਦੇਖ ਲੈਣਾ, ਜਿਹੜੇ ਕਾਂਗਰਸ ਦਾ ਵੋਟ ਸ਼ੇਅਰ ਹੋਏਗਾ ਉਹ ਇੰਡੀਪੈਂਡੈਂਟ ਆਪਣੇ ਖੇਮੇ ਦੇ ਵਿੱਚ ਜ਼ਰੂਰ ਲੈ ਕੇ ਜਾਣਗੇ। ਦਿਲਰਾਜ ਜੀ, ਕੀ ਲੱਗਦਾ ਤੁਹਾਨੂੰ ਪੰਜਾਬ ਦੀ ਜਿਹੜੀ ਬਦਲੀ ਹੋਈ ਇਸ ਵੇਲੇ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਅਗਰ ਕਾਂਗਰਸ ਦਾ ਇਹ ਜਿਹੜਾ ਅੰਦਰੂਨੀ ਸੰਕਟ ਆ ਇਹ ਸਮਾਪਤ ਨਹੀਂ ਹੋਇਆ ਇਲੈਕਸ਼ਨ ਤੋਂ ਪਹਿਲਾਂ ਤਾਂ? ਕੁਲਵੀਰ ਜੀ, ਬਿਲਕੁਲ ਫਰਕ ਪੈ ਸਕਦਾ ਵਾ। 2012 ਦਾ ਸਭ ਤੋਂ ਵੱਡਾ ਕਾਰਨ ਕਾਂਗਰਸ ਦੀ ਹਾਰ ਦਾ ਉਹ ਜਿਹੜੇ ਬਾਗੀ ਨੇਤਾ ਖੜੇ ਹੋਏ ਸੀਗੇ ਉਹੀ ਸੀਗਾ। ਮੈਨੂੰ ਹਜੇ ਵੀ ਯਾਦ ਹੈ, ਮੈਂ ਜਲੰਧਰ ਦੇ ਵਿੱਚ ਰਹਿਣਾ ਤੇ ਜਲੰਧਰ ਸ਼ਹਿਰ ਦੀਆਂ ਜਿਹੜੀਆਂ ਚਾਰ ਉਹ ਸਿਰਫ ਤੇ ਸਿਰਫ ਇਸੇ ਕਰਕੇ ਕਾਂਗਰਸ ਆ ਰਹੀ ਸੀਗੀ ਕਿ ਬਾਗੀ ਨੇਤਾ ਖੜੇ ਹੋ ਗਏ ਸੀਗੇ। ਇਸ ਵਾਰ ਵੀ ਜੇ ਆਪਾਂ ਗੱਲ ਕਰੀਏ, ਕਾਂਗਰਸ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਬਾਗੀ ਨੇਤਾ ਨਾ ਖੜੇ ਹੋਣ, ਨਾ ਕੋਈ ਕਨਫਲਿਕਟ ਪੈਦਾ ਹੋਵੇ, ਪਰ ਤਾਂ ਵੀ ਸਪੈਸ਼ਲੀ ਜਲੰਧਰ ਦੀਆਂ ਸਾਰੀਆਂ ਸੀਟਾਂ ਤੇ ਉਹ ਦਿੱਕਤ ਹਜੇ ਵੀ ਸਟੈਂਡ ਕਰਦੀ ਪਈ ਹੈ। ਚਾਹੇ ਆਪਾਂ ਜਲੰਧਰ ਵੈਸਟ ਦੀ ਗੱਲ ਕਰੀਏ ਤੇ ਪੂਰਾ ਮੇਅਰ ਸੁਰਿੰਦਰ ਮਹੇ ਆਜ਼ਾਦ ਖੜੇ ਹੋ ਗਏ ਨੇ ਸੁਸ਼ੀਲ ਰਿੰਕੂ ਦੇ ਖਿਲਾਫ। ਜੇ ਆਪਾਂ ਨਾਰਥ ਦੀ ਗੱਲ ਕਰੀਏ ਤੇ ਅਵਤਾਰ ਸਿੰਘ ਹੈਨਰੀ ਦੇ ਬੇਟੇ ਨੂੰ ਟਿਕਟ ਦਿੱਤੀ ਗਈ ਹੈ, ਉਸ ਤੋਂ ਪਹਿਲੇ ਗੁਪਤਾ ਜੀ ਨੂੰ ਟਿਕਟ ਦਿੱਤੀ ਗਈ। ਇਹ ਸੀਟਾਂ ਦਾ ਹੱਲ ਹੋ ਗਿਆ, ਜਲੰਧਰ ਵਾਲੀਆਂ ਦਾ ਤਾਂ ਹੱਲ ਹੋ ਗਿਆ ਜੀ ਉਹਨਾਂ ਦਾ। ਸਰ ਸੁਰਿੰਦਰ ਮਹੇ ਹਜੇ ਵੀ ਖੜੇ ਆ ਸਰ। ਹੱਲ ਤਾਂ ਏਦਾਂ ਹੱਲ ਹੋਣ ਦੇ ਨਾਲ ਕੋਈ ਵੀਰ ਜੀ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡਾ ਫਰਕ ਪੈਂਦਾ, ਕਿਉਂਕਿ ਜਦੋਂ ਤੱਕ ਉਹ ਕਨਫਲਿਕਟ ਰਹਿਣਗੇ ਉਦੋਂ ਤੱਕ ਉਹ ਐਜ਼ ਇਟ ਇਜ਼ ਸਟੈਂਡ ਰਹੇਗਾ। 2012 ਚ ਇਲੈਕਸ਼ਨ ਹਾਰਨ ਦਾ ਸਭ ਤੋਂ ਵੱਡਾ ਕਾਰਨ ਜੋ ਸੀਗਾ ਉਹਦਾ ਫਿਰ ਤੋਂ ਡਰ ਕਾਂਗਰਸ ਨੂੰ ਡੈਫੀਨੇਟਲੀ ਸਤਾਉਂਦਾ ਹੋਏਗਾ ਕਿ ਉਹ ਡਰ ਹਜੇ ਤੱਕ ਸਟੈਂਡ ਕਰਦਾ ਪਿਆ ਵਾ। ਮੈਨੂੰ ਲੱਗਦਾ ਕਿ ਜੇ ਇਹ ਜਿਹੜੇ ਬਾਗੀ ਹਜੇ ਵੀ 10, 12, 15, 20 ਹੈਗੇ ਆ, ਜੇ ਇਹਨਾਂ ਨੂੰ ਨਾ ਬਿਠਾਇਆ ਗਿਆ ਤੇ ਇਹ ਇੱਕ ਵਾਰ ਫਿਰ ਉਹੀ ਸਿਚੁਏਸ਼ਨ ਕਾਂਗਰਸ ਲਈ ਕ੍ਰੀਏਟ ਕਰਨਗੇ ਜੋ 2012 ਦੇ ਵਿੱਚ ਕ੍ਰੀਏਟ ਹੋਈ ਸੀ। ਬਿਲਕੁਲ ਨੁਕਸਾਨ ਕਾਂਗਰਸ ਨੂੰ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਹੋ ਸਕਦਾ। ਪਰ 2012 ਵਿੱਚ ਦੇਖੀਏ ਤੇ 46 ਸੀਟਾਂ ਕਾਂਗਰਸ ਦੇ ਕੋਲ ਇਕੱਲਿਆਂ ਕੋਲ ਸੀ, ਔਰ ਸ਼੍ਰੋਮਣੀ ਅਕਾਲੀ ਦਲ ਕੋਲ 56 ਸੀਟਾਂ ਸੀ, 12 ਸੀਟਾਂ ਉਸ ਵੇਲੇ ਬੀਜੇਪੀ ਕੋ ਸੀ। ਔਰ ਅਸੀਂ ਜੇ ਦੇਖੀਏ ਤਾਂ ਜਿੰਨੀਆਂ ਬੀਜੇਪੀ ਨੇ ਜਿਹੜੀਆਂ ਸੀਟਾਂ ਜਿੱਤੀਆਂ ਸੀਗੀਆਂ ਉਹਨਾਂ ਵਿੱਚ ਜ਼ਿਆਦਾ ਸੀਟਾਂ ਉਹ ਸੀ ਜਿੱਥੇ ਕਾਂਗਰਸ ਦੇ ਵਿੱਚ ਬਗਾਵਤ ਸੀ। ਤਕਰੀਬਨ ਬੀਜੇਪੀ ਨੂੰ ਜਿੱਤ ਜਿਹੜੀ ਹੈਗੀ ਆ ਉਹਨਾਂ ਸੀਟਾਂ ਤੇ ਜ਼ਿਆਦਾ ਮਿਲੀ ਸੀ ਜਿੱਥੇ ਕਾਂਗਰਸ ਦੇ ਵਿੱਚ ਇਹ ਬਗਾਵਤ ਸੀ। ਸ਼ਬਦੀਪ ਜੀ, ਕਾਂਗਰਸ ਦੇ ਵਿੱਚ ਜਿਹੜਾ ਕਨਫਲਿਕਟ ਆ ਇਹ ਤੁਸੀਂ ਜਿਹੜੀਆਂ ਕਾਂਗਰਸ ਦੇ ਵਿੱਚ ਅਕਾਲੀ ਦਲ ਦੇ ਵਿੱਚੋਂ ਕੁਝ ਆਏ ਹੋਏ ਲੋਕਾਂ ਨੂੰ ਜੇ ਆਪਾਂ ਦੇਖੀਏ, ਬੁਲਾਰੀਆ ਹੋਏ ਜਾਂ ਸਿੱਧੂ ਆਏ ਨੇ ਬੀਜੇਪੀ ਤੋਂ, ਇੱਦਾਂ ਜਿਹੜੀਆਂ ਬਾਹਰੋਂ ਐਂਟਰੀਆਂ ਹੋਈਆਂ ਨੇ, ਕੀ ਤੁਸੀਂ ਇਹਨੂੰ ਕਾਰਨ ਮੰਨਦੇ ਹੋ ਕਾਂਗਰਸ ਦੇ ਵਿੱਚ ਕਨਫਲਿਕਟਸ ਦਾ, ਕਾਂਗਰਸ ਦੇ ਵਿੱਚ ਸੰਕਟ ਦਾ? ਕੁਲਵੀਰ ਜੀ, ਕਾਂਗਰਸ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ ਜਿਹੜੇ ਬਾਹਰੋਂ ਆਏ ਨੇ। ਇੱਕ ਤਾਂ ਉਹ ਨੇ ਜਿਹੜੇ
ਪਹਿਲਾਂ ਕਾਂਗਰਸ ਦੇ ਵਿੱਚ ਹੀ ਹੁੰਦੇ ਸੀ ਤੇ ਘੁੰਮ ਕੇ ਵਾਇਆ ਅਕਾਲੀ ਦਲ ਉਹ ਵਾਪਸ ਕਾਂਗਰਸ ਦੇ ਕੋਲ ਪਹੁੰਚ ਗਏ ਨੇ। ਜਿਵੇਂ ਡੇਰਾਬੱਸੀ ਤੋਂ ਦੀਪਿੰਦਰ ਸਿੰਘ ਢਿੱਲੋਂ ਨੂੰ ਅਸੀਂ ਕਹਿ ਸਕਦੇ ਹਾਂ। ਕੁਝ ਉਹ ਬਾਗੀ ਨੇ ਜਿਹੜੇ ਪਿਛਲੀ ਵਾਰ ਬਾਗੀ ਹੋ ਗਏ ਸੀ ਤੇ ਉਹਨਾਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਵੋਟ ਲਈ ਸੀ। ਜਿਵੇਂ ਮੁਕੇਰੀਆਂ ਦੇ ਉੱਤੋਂ ਰਜਨੀਸ਼ ਕੁਮਾਰ 53,000 ਜਾਂ ਲਗਭਗ 54,000 ਵੋਟ ਲੈ ਗਏ ਸੀ ਤੇ ਕਾਂਗਰਸ ਸਿਰਫ 13,000 ਵੋਟਾਂ ਤੱਕ ਸਿਮਟ ਕੇ ਰਹਿ ਗਈ ਸੀ। ਉਹਨਾਂ ਨੂੰ ਜਿਹੜੀ ਹੈਗੀ ਹੁਣ ਦੁਬਾਰਾ ਟਿਕਟ ਦੇ ਦਿੱਤੀ ਗਈ ਆ। ਇਦਾਂ ਜਿਹੜੇ ਪਿਛਲੀ ਵਾਰ ਕਾਂਗਰਸ ਨੂੰ ਹਰਾਉਣ ਦੇ ਵਿੱਚ ਰੋਲ ਪਲੇ ਕਰ ਗਏ ਸੀ ਦੀਪਿੰਦਰ ਢਿੱਲੋਂ ਡੇਰਾਬੱਸੀ ਤੋਂ, ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਆ। ਜੇ ਮੈਂ ਮੋਹਾਲੀ ਦੀ ਗੱਲ ਕਰਾਂ ਤਾਂ ਮੈਨੂੰ ਯਾਦ ਹੈ ਜਦੋਂ ਵੀਰ ਦਵਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਸੀ ਉਦੋਂ ਖਰੜ ਸੀਟ ਹੁੰਦੀ ਸੀ, ਮੋਹਾਲੀ ਸੀਟ ਅਲੱਗ ਨਹੀਂ ਸੀ ਹੁੰਦੀ। ਜਿਵੇਂ ਹੁਣ ਖਰੜ ਤੇ ਮੋਹਾਲੀ ਦੋ ਅਲੱਗ-ਅਲੱਗ ਸੀਟਾਂ ਨੇ, ਤਾਂ ਉਦੋਂ ਵੀਰ ਦਵਿੰਦਰ ਸਿੰਘ ਦੇ ਖਿਲਾਫ ਬਲਬੀਰ ਸਿੰਘ ਸਿੱਧੂ ਨੇ ਚੋਣ ਲੜੀ ਸੀ, ਜਿਹੜੇ ਅੱਜ ਦੀ ਤਰੀਕ ਦੇ ਵਿੱਚ ਮੋਹਾਲੀ ਤੋਂ ਸਭ ਤੋਂ ਮਜ਼ਬੂਤ ਕੈਂਡੀਡੇਟ ਜਿਹੜੇ ਕਾਂਗਰਸ ਦੇ ਗਿਣੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਕੈਂਡੀਡੇਟ ਨੇ। ਇਸ ਕਰਕੇ ਕਾਂਗਰਸ ਦੇ ਵਿੱਚ ਸਾਰੇ ਦੇ ਸਾਰੇ ਉਹ ਨਹੀਂ, ਪਰ ਜਿਹੜੀ ਗੱਲ ਮੈਨੂੰ ਇਸ ਵਾਰ ਨਜ਼ਰ ਆ ਰਹੀ ਹੈ ਉਹ ਇਹ ਹੈ ਕਿ ਪਿਛਲੀ ਵਾਰ ਜਦੋਂ ਬਾਗੀ ਕੈਂਡੀਡੇਟ ਖੜੇ ਹੋ ਗਏ ਸੀ, ਉਹ ਜਿਹੜੇ ਧੜੇ ਦੇ ਨਾਲ ਸੰਬੰਧਿਤ ਸੀ ਉਹਦੇ ਨੇਤਾ ਕੁੱਲ ਮਿਲਾ ਕੇ ਐਦਾਂ ਦੀ ਚਤਰਾਈ ਕਰ ਗਏ ਸੀ ਕਿ ਅਸੀਂ ਕੀ ਕਰ ਸਕਦੇ ਹਾਂ ਜੀ, ਸਾਡੇ ਤੋਂ ਬਾਹਰ ਹੋ ਕੇ ਚੋਣ ਲੜ ਰਿਹਾ। ਪਰ ਮੈਨੂੰ ਲੱਗਦਾ ਕਿ ਇਸ ਵਾਰ ਜਿਹੜੇ ਕੈਂਡੀਡੇਟ ਚੋਣ ਲੜ ਰਹੇ ਹੋਣਗੇ ਕਾਂਗਰਸ ਪਾਰਟੀ ਉਹਨਾਂ ਖਾਸ ਕਰਕੇ ਉਹਨਾਂ ਨੇਤਾਵਾਂ ਨੂੰ ਸਾਹਮਣੇ ਲਿਆਏਗੀ ਉਹ ਬਾਗੀਆਂ ਨੂੰ ਅਲੱਗ-ਥਲੱਗ ਕਰਨ ਦੇ ਲਈ ਜਿਨ੍ਹਾਂ ਦੇ ਧੜੇ ਨਾਲ ਉਹ ਸੰਬੰਧਿਤ ਗਿਣੇ ਜਾਂਦੇ ਨੇ। ਕਿਉਂਕਿ ਕਾਂਗਰਸ ਮੈਨੂੰ ਲੱਗਦਾ ਇਸ ਵਾਰ ਇਹ ਗੱਲ ਅਫੋਰਡ ਨਹੀਂ ਕਰਦੀ ਕਿ ਬਾਗੀ ਜਿਹੜਾ ਵਾ ਉਹ ਮਾਣ ਸਨਮਾਨ ਦੇ ਨਾਲ ਹਾਰ ਵੀ ਜਾਵੇ। ਇਸ ਵਾਰ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਜਿਹੜੇ ਬਾਗੀ ਨੇ ਜਿਸ ਧੜੇ ਨਾਲ ਸੰਬੰਧਿਤ ਨੇ ਉਸੇ ਧੜੇ ਦੇ ਨੇਤਾ ਰਾਹੀਂ ਉਹਨੂੰ ਅਲੱਗ-ਥਲੱਗ ਕਰਨ ਦਾ ਯਤਨ ਕੀਤਾ ਜਾਵੇ। ਮੈਂ ਜਿਵੇਂ ਸ਼ੁਰੂ 'ਚ ਵੀ ਕਿਹਾ ਵਾ, ਪੱਕੇ ਤੌਰ ਤੇ ਪਾਰਟੀ ਤੋਂ ਅਲਵਿਦਾ ਕਹਿ ਦੇਣ ਦੀ ਜਿਹੜੀ ਧਮਕੀ ਆ, ਦਰਅਸਲ ਉਹ ਇਹੀ ਧਮਕੀ ਹੈ ਕਿ ਜਿਹੜੇ ਬਾਗੀ ਕਿਸੇ ਧੜੇ ਦੀ ਆਸ ਲਾਈ ਬੈਠੇ ਨੇ ਉਹ ਇਸ ਭੁਲੇਖੇ ਦੇ ਸ਼ਿਕਾਰ ਨਾ ਰਹਿਣ ਕਿ ਮੁੜ ਕੇ ਸਾਡਾ ਨੇਤਾ ਵਾਪਸ ਪਾਰਟੀ ਦੇ ਵਿੱਚ ਲੈ ਆਵੇਗਾ। ਪਰ ਇੱਕ ਗੱਲ ਬਹੁਤ ਕਲੀਅਰ ਹੈ ਕਿ ਜਿੱਦਾਂ ਦਾ ਮੁਕਾਬਲਾ ਇਸ ਵਾਰ ਹੈ ਪਿਛਲੀ ਵਾਰ ਨਾਲੋਂ ਸਗੋਂ ਜ਼ਿਆਦਾ ਖਤਰਨਾਕ ਹੈ, ਕਿਉਂਕਿ ਪਿਛਲੀ ਵਾਰ ਟੱਕਰ ਸਿੱਧੀ ਸੀ ਤੇ ਤੁਸੀਂ ਬਾਗੀਆਂ ਦੇ ਅਸਰ ਦੇ ਨਾਲ ਹਾਰ ਜਾਣਾ ਸੀ ਥੋੜੇ ਫਰਕ ਦੇ ਨਾਲ, ਔਰ ਕਾਂਗਰਸ ਬਹੁਤ ਸੀਟਾਂ ਤੇ ਥੋੜੇ ਫਰਕ ਦੇ ਨਾਲ ਹੀ ਹਾਰੀ ਸੀ। ਇਸ ਵਾਰ ਉਹ ਆਪ ਵੋਟਾਂ ਚਾਹੇ ਬਹੁਤੀਆਂ ਨਾ ਲੈ ਸਕੇ, ਪਰ ਉਹ ਜਿਹੜੇ ਦੋ ਵਿਰੋਧੀ ਤੁਹਾਡੇ ਹੱਕ ਦੇ ਵਿੱਚ ਖੜੇ ਹੋਏ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ, ਉਹਨਾਂ ਵੱਲ ਨੂੰ ਉਲਾਰ ਵੋਟਰਾਂ ਨੂੰ ਕਰਨ ਦੇ ਵਿੱਚ ਸਹਾਈ ਹੋ ਸਕਦਾ। ਇਸ ਕਰਕੇ ਵੀ ਕਾਂਗਰਸ ਦੇ ਲਈ ਇਹ ਬਹੁਤ ਵੱਡਾ ਸੰਕਟ ਹੈ ਕਿ ਚਾਹੇ ਉਹ ਸੀਟਾਂ ਗਿਣਤੀ ਦੇ ਵਿੱਚ 10 ਵੀ ਕਿਉਂ ਨਾ ਰਹਿ ਜਾਣ, ਜੇ ਉਹ 10 ਸੀਟਾਂ ਜੇਤੂ ਪੋਜੀਸ਼ਨ ਦੇ ਵਿੱਚ ਨੇ ਜਾਂ ਉਹਨਾਂ ਚੋਂ 5 ਸੀਟਾਂ ਜੇਤੂ ਪੋਜੀਸ਼ਨ ਦੇ ਵਿੱਚ ਨੇ ਤੇ ਬਾਗੀ ਅਕਾਲੀ ਦਲ ਦੇ ਹੱਕ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਵੱਲ ਨੂੰ ਝੁਕਾਅ ਦੀ ਸੰਭਾਵਨਾ ਪੈਦਾ ਕਰ ਦਿੰਦੇ ਨੇ ਆਪ ਘੱਟ ਵੋਟਾਂ ਲੈ ਕੇ ਵੀ, ਤਾਂ ਕਾਂਗਰਸ ਨੂੰ ਉਹਨਾਂ ਸੀਟਾਂ ਤੇ ਨੁਕਸਾਨ ਹੋ ਸਕਦਾ। ਇੱਕ ਗੱਲ ਕਲੀਅਰ ਹੈ ਕਿ ਇਸ ਵਾਰ ਕਾਂਗਰਸ ਪਹਿਲਾਂ ਵਾਂਗ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਹੈ। ਉਦੋਂ ਤਾਂ ਇੰਨੀ ਉਤਸ਼ਾਹਿਤ ਸੀ ਕਿ ਕੈਪਟਨ ਅਮਰਿੰਦਰ ਸਿੰਘ ਧੜੇ ਦੀ ਆਪਣੀ ਵੀ ਇਹ ਕੋਸ਼ਿਸ਼ ਸੀ ਕਿ ਸਾਡੇ ਵਿਰੋਧੀ ਧੜਿਆਂ ਵਾਲੇ ਥੋੜੇ ਫਰਕ ਦੇ ਨਾਲ ਹਾਰਦੇ ਨੇ ਤੇ ਹਾਰ ਜਾਣ, ਸਾਡੀ ਤਾਂ ਸਰਕਾਰ ਆ ਹੀ ਰਹੀ ਹੈ। ਪਰ ਇਸ ਵਾਰ ਕਾਂਗਰਸ ਇੱਦਾਂ ਦੇ ਕਿਸੇ ਸੁਪਨਈ ਸੰਸਾਰ ਦੇ ਵਿੱਚ ਨਹੀਂ ਰਹਿ ਰਹੀ, ਉਹ ਇਸ ਗੱਲ ਨੂੰ ਮੰਨ ਰਹੀ ਹੈ ਕਿ ਸਾਡਾ ਮੁਕਾਬਲਾ ਬਹੁਤ ਸਖਤ ਹੈ। ਔਰ ਕੈਪਟਨ ਅਮਰਿੰਦਰ ਸਿੰਘ ਜਦੋਂ ਆਪਣੇ ਆਪ ਨੂੰ ਜੇਤੂ ਹੋਣ ਦੇ ਦਾਅਵੇਦਾਰ ਵੀ ਕਹਿੰਦੇ ਨੇ ਤਾਂ ਉਦੋਂ ਵੀ ਉਹ ਕਹਿੰਦੇ ਨੇ ਕਿ ਮੇਰੀ ਲੋੜ ਹੁਣ ਜਿਹੜੀ ਹੈਗੀ ਉਹ ਵੱਡੇ ਪੱਧਰ ਦੇ ਉੱਤੇ ਬਹੁਮਤ ਲੈਣ ਦੀ ਆ ਤਾਂ ਕਿ ਮੈਂ ਆਪਣੀ ਮਰਜ਼ੀ ਦੇ ਕਾਨੂੰਨ ਪਾਸ ਕਰਵਾ ਸਕਾਂ। ਸ਼ਾਇਦ ਉਹ ਕਿਸਾਨੀ ਨੂੰ ਇਹ ਪ੍ਰਭਾਵਿਤ ਕਰਨ ਦਾ ਯਤਨ ਕਰਨਾ ਚਾਹੁੰਦੇ ਨੇ ਕਿ ਜੇ ਤੁਸੀਂ ਮੈਨੂੰ ਨਾ ਵੋਟ ਪਾਏ ਤੇ ਅਗਲੇ ਦਿਨਾਂ ਦੇ ਵਿੱਚ ਸ਼ਾਇਦ ਕਿਸਾਨੀ ਦੇ ਮਸਲੇ ਹੱਲ ਨਾ ਹੋ ਸਕਣ। ਵੈਸੇ ਪੰਜਾਬ ਦੀ ਕਿਹੜੀ ਕਿਸਾਨੀ ਆ ਜਿਹਦੇ ਮਸਲੇ ਸੱਚਮੁੱਚ ਫਸੇ ਹੋਏ ਨੇ ਤੇ ਕਿਹੜੀ ਕਿਸਾਨੀ ਆ ਜਿਹੜੀ ਸਿਰਫ ਸੱਤਾ ਦੇ ਵਿੱਚ ਭਾਈਵਾਲੀ ਲੈ ਰਹੀ ਹੈ। ਜੇ ਅਸੀਂ ਅੱਜ ਦੀ ਤਰੀਕ ਦੇ ਵਿੱਚ ਖੜੇ ਹੋਏ ਉਹਨਾਂ ਕਿਸਾਨਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਆਪਣੇ ਆਪ ਨੂੰ ਕਿਸਾਨ ਲਿਖਵਾਇਆ, ਉਹਨਾਂ ਦੀ ਗਿਣਤੀ 350 ਦੇ ਕਰੀਬ ਬਣਦੀ ਹੈ ਜਿਹੜੇ ਇਸ ਵਾਰ ਵਿਧਾਨ ਸਭਾ ਦੀ ਚੋਣ ਲੜ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਵਿੱਚੋਂ, ਤੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਕਿਸਾਨ ਲਗਭਗ 150 ਕਿਸਾਨ ਉਹ ਨੇ ਜਿਹੜੇ ਕਰੋੜਪਤੀ ਨੇ, 2-3 ਤਾਂ ਉਹਨਾਂ ਦੇ ਵਿੱਚ ਅਰਬਪਤੀ ਵੀ ਨੇ। ਔਰ ਜਿਹੜੇ ਪੰਜਾਬ ਦੇ ਵਿੱਚ ਕਿਸਾਨੀ ਸੰਕਟ ਭੋਗ ਰਹੀ ਹੈ ਉਸ ਕਿਸਾਨੀ ਦੇ ਵਿੱਚ ਤਿੰਨਾਂ ਪਾਰਟੀਆਂ ਦੇ ਖੜੇ ਕੀਤੇ
ਪ੍ਰਮੁੱਖ ਨੇਤਾਵਾਂ ਦੇ ਵਿੱਚੋਂ, ਜਿਨ੍ਹਾਂ ਦੀ ਗਿਣਤੀ 350 ਆ, ਜੇ ਉਹਦੇ ਵਿੱਚੋਂ 150 ਬੰਦਾ ਕਰੋੜਪਤੀ ਹੈ, ਤਾਂ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦੀਆਂ ਇਹ ਪ੍ਰਮੁੱਖ ਪਾਰਟੀਆਂ ਕਿਸਾਨੀ ਦੇ ਵੀ ਕਿਸ ਹਿੱਸੇ ਦੀ ਨੁਮਾਇੰਦਗੀ ਕਰਦੀਆਂ ਨੇ ਸਹੀ ਅਰਥਾਂ ਦੇ ਵਿੱਚ। ਬਾਕੀ ਲੋਕ ਤਾਂ ਉਹਨਾਂ ਲਈ ਵੋਟਰ ਨੇ, ਔਰ ਵੋਟਰਾਂ ਦੀ ਕਿੰਨੀ ਕੁ ਕੀਮਤ ਹੁੰਦੀ ਸਾਡੇ ਦੇਸ਼ ਦੀ ਜਮਹੂਰੀਅਤ ਦੇ ਵਿੱਚ, ਜਿਹਨੂੰ ਅਸੀਂ ਸਭ ਤੋਂ ਮਹਾਨ ਤੇ ਵੱਡੀ ਜਮਹੂਰੀਅਤ ਦੇ ਨਾਂ ਦੇ ਉੱਤੇ ਪ੍ਰਚਾਰਦੇ ਰਹਿੰਦੇ ਹਾਂ ਸਾਰੇ ਸੰਸਾਰ ਦੇ ਵਿੱਚ, ਇਹਦੇ 'ਚ ਕੋਈ ਭੁਲੇਖੇ ਵਾਲੀ ਗੱਲ ਮੇਰਾ ਖਿਆਲ ਰਹਿ ਨਹੀਂ ਜਾਂਦੀ। ਜੀ ਸੀਪੀ ਸਿੰਘ ਜੀ, ਕੀ ਕਹਿਣਾ ਚਾਹੋਗੇ ਜੀ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਕਿ ਕਾਂਗਰਸ ਨੂੰ ਕੋਈ ਫਰਕ ਪਾਉਣ ਜਾ ਰਹੇ ਨੇ ਜਿਹੜੇ ਉਹਦੇ ਬਾਹਰੋਂ ਆਏ ਨੇ? ਕੀ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਬੁਲਾਰੀਆ ਜਾਂ ਆਪਾਂ ਸਿੱਧੂ, ਦੋ ਜਣਿਆਂ ਦੀ ਆਪਾਂ ਅੰਮ੍ਰਿਤਸਰ ਤੋਂ ਗੱਲ ਕਰੀਏ, ਦੋਨੋਂ ਕਾਂਗਰਸ ਨੂੰ ਅੰਮ੍ਰਿਤਸਰ ਦੇ ਵਿੱਚ ਸਟਰੋਂਗ ਕਰ ਦੇਣਗੇ? ਔਰ ਅਗਰ ਅੰਮ੍ਰਿਤਸਰ ਦੇ ਵਿੱਚ ਬਗਾਵਤ ਹੁੰਦੀ ਵੀ ਆ, ਬੁਲਾਰੀਆ ਦੇ ਖਿਲਾਫ ਸੀ ਜਿਹੜੀ ਕਿ ਮੇਰਾ ਖਿਆਲ ਹੁਣ ਉਹਨਾਂ ਨੂੰ ਸਮਝਾ ਦਿੱਤਾ ਗਿਆ ਤੇ ਉਹਨਾਂ ਨੇ ਆਪਣੀ ਨੋਮੀਨੇਸ਼ਨ ਵਾਪਸ ਲੈ ਲਈ ਆ, ਕੀ ਲੱਗਦਾ ਤੁਹਾਨੂੰ ਕਿ ਇਹ ਲੋਕ ਕਾਂਗਰਸ ਨੂੰ ਫਾਇਦਾ ਦੇ ਜਾਣਗੇ? ਕੁਲਵੀਰ ਜੀ ਬਿਲਕੁਲ, ਦੇਖੋ ਕਿਤੇ ਨਾ ਕਿਤੇ ਜਦੋਂ ਉਹਨਾਂ ਨੂੰ ਸਾਫ਼ ਸਪਸ਼ਟ ਲੱਗ ਰਿਹਾ ਸੀਗਾ ਕਿ ਇਹ ਸਾਡੇ ਤੋਂ ਅਲੱਗ ਖੜ ਰਹੇ ਨੇ ਔਰ ਇੰਡੀਪੈਂਡੈਂਟ ਖੜ ਰਹੇ ਨੇ ਔਰ ਸਾਡੀ ਵੋਟ ਕੱਟਣਗੇ, ਚਾਹੇ ਉਹ ਜਿੱਤਣ ਨਾ, ਪਰ ਫਿਰ ਵੀ ਜਿਹੜਾ ਇੱਕ ਵੋਟ ਸ਼ੇਅਰ ਸੀ ਕਾਂਗਰਸ ਦਾ, ਜਾਂ ਜਿਹੜਾ ਹਜੂਮ ਜਾਂ ਜਿਹੜਾ ਕਮਿਊਨਿਟੀ ਉਸ ਬੰਦੇ ਨਾਲ ਜੁੜੀ ਹੁੰਦੀ ਹੈ, ਉਹ ਉਸ ਚੀਜ਼ ਦਾ ਇੰਪੈਕਟ ਜ਼ਰੂਰ ਪਾਉਂਦੀ ਹੈ ਓਵਰਆਲ ਪਾਰਟੀ ਦੇ ਉੱਪਰ। ਸੋ ਇਸੇ ਕਰਕੇ ਹੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਫਰਟ ਕੀਤੀ ਕਿ ਉਹਨਾਂ ਨੂੰ ਮਨਾ ਲਿਆ, ਔਰ ਮਨਾਉਣ ਤੋਂ ਬਾਅਦ ਜਿਹੜਾ ਦੇਖੋ ਕੈਂਡੀਡੇਟ ਦਾ ਜਿਹੜਾ ਪ੍ਰਭਾਵ ਹੁੰਦਾ ਆਪਣੇ ਏਰੀਏ ਦੇ ਵਿੱਚ, ਉਹ ਓਵਰਆਲ ਉਸ ਪਾਰਟੀ ਦੀ ਵੋਟ ਦੇ ਉੱਪਰ ਜ਼ਰੂਰ ਇੰਪੈਕਟ ਪਾਉਂਦਾ, ਔਰ ਸ਼ਾਇਦ ਜਿਹੜੇ ਕਿ ਕੈਂਡੀਡੇਟ ਮੰਨ ਕੇ ਆਪਣੀ ਪਾਰਟੀ ਦੇ ਵਿੱਚ ਆ ਗਏ ਨੇ, ਉਹ ਜ਼ਰੂਰ ਉਹਨਾਂ ਦੀ ਸਪੋਰਟ ਦੇ ਵਿੱਚ ਭੁਗਤਣਗੇ। ਪਰ ਇੱਥੇ ਇੱਕ ਕੁਐਸਚਨ ਬਹੁਤ ਵੱਡਾ ਖੜਾ ਹੁੰਦਾ ਹੈ ਕਿ ਜਿਹੜੇ 10 ਕੈਂਡੀਡੇਟ ਇੰਡੀਪੈਂਡੈਂਟ ਲੜ ਰਹੇ ਨੇ ਕਾਂਗਰਸ ਤੋਂ ਅਲੱਗ ਹੋ ਕੇ, ਉਹ ਕਿੰਨਾ ਪ੍ਰਭਾਵ ਪਾਉਂਦੇ ਨੇ, ਉਹ ਦੇਖਣ ਵਾਲਾ ਮੈਟਰ ਹੋ ਜਾਂਦਾ ਹੈ, ਕਿਉਂਕਿ ਖੁਦ ਉਹਨਾਂ ਨੂੰ ਇਹ ਚੀਜ਼ ਕਲੀਅਰ ਹੋ ਜਾਂਦੀ ਹੈ, ਕਿਉਂਕਿ ਪਹਿਲਾ ਮੁਕਾਬਲਾ ਸੀਗਾ ਦੋ ਕੋਨੀ, ਹੁਣ ਹੈ ਤਿਕੋਨੀ, ਔਰ ਤਿਕੋਨੀ ਦੇ ਵਿੱਚ ਤੁਸੀਂ ਵੋਟ ਸ਼ੇਅਰ ਨੂੰ ਡਿਵਾਈਡਡ ਬਾਈ 3 ਕਰ ਦਿੰਦੇ ਹੋ, ਔਰ ਜਿਵੇਂ ਜਿਵੇਂ ਡਿਵੀਜ਼ਨ ਹੁੰਦੀ ਜਾਂਦੀ ਹੈ, ਜ਼ਿਆਦਾ ਡਿਵੀਜ਼ਨ ਕਰਦੇ ਆਪਾਂ, ਉਹ ਵੋਟਾਂ ਦਾ ਜਿਹੜਾ ਇੱਕ ਫਿਗਰ ਹੈ ਉਹ ਹੋਰ ਘਟਦਾ ਜਾਂਦਾ, ਔਰ ਡਿਫਰੈਂਸ ਵੀ ਜਿਹੜਾ ਉਹ ਬਹੁਤ ਛੋਟਾ ਹੋ ਕੇ ਰਹਿ ਜਾਂਦਾ ਹੈ। ਸੋ ਕਿਤੇ ਨਾ ਕਿਤੇ ਇਹ ਜਿਹੜੇ 8-10 ਅਲੱਗ ਹੋਏ ਨੇ, ਜਾਂ ਜਿਹੜੇ 1-2 ਸ਼ਾਇਦ ਉਹਨਾਂ ਨੂੰ ਕਰ ਵੀ ਲੈਣਗੇ, ਬਟ ਫਿਰ ਵੀ ਇਹ ਜਿਹੜੇ 10 ਇੰਪੈਕਟ ਜਿਹੜਾ ਪਾਣਗੇ ਪਾਰਟੀ ਦੇ ਉੱਪਰ ਬਹੁਤ ਜ਼ਿਆਦਾ, ਔਰ ਇਹੀ ਫਿਕਰ ਇਸ ਨੂੰ ਹੈ ਕਿ ਉਹਨਾਂ 10 ਸੀਟਾਂ ਦੇ ਉੱਪਰ ਕੀ ਸਟ੍ਰੈਟਜੀ ਕੀਤੀ ਜਾਵੇ। ਸ਼ਾਇਦ ਇਸੇ ਕਰਕੇ ਕੈਪਟਨ ਸਾਹਿਬ ਨੇ ਫ੍ਰੀ ਟਰੈਵਲ ਸੀਨੀਅਰ ਸਿਟੀਜ਼ਨ ਵਾਸਤੇ ਅਨਾਉਂਸ ਕੀਤਾ ਹੈ ਕੱਲ ਦੁਬਾਰਾ ਤੋਂ, ਔਰ ਸਟੂਡੈਂਟਸ ਲਈ ਵੀ ਸਟੇਟ ਟਰਾਂਸਪੋਰਟ ਬੱਸਿਸ ਦੇ ਵਿੱਚ ਜਿਹੜੇ ਕਿ ਫ੍ਰੀ ਕੁਝ ਜਿਹੜੀਆਂ ਮੈਨੀਫੈਸਟੋ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵਧਾਉਣ ਦੀ, ਐਕਸਪੈਂਡ ਕਰਨ ਦੀ ਗੱਲ ਕੀਤੀ ਹੈ, ਉਹਦੇ ਤੇ ਵੀ ਅਸੀਂ ਉਹਨੇ, ਮੈਂ ਚਾਹਾਂਗਾ ਕਿ ਦਿਲਰਾਜ ਜੀ ਨਾਲ ਆਪਾਂ ਸ਼ਾਇਦ ਇਹੀ ਪੁਆਇੰਟ ਵੀ ਆਪਾਂ ਡਿਸਕਸ ਜ਼ਰੂਰ ਕਰ ਲਈਏ। ਸ਼ਾਇਦ ਮੈਨੂੰ ਇਦਾਂ ਲੱਗ ਰਿਹਾ ਕਿ ਨਿੱਜੀ ਤੌਰ ਦੇ ਉੱਪਰ ਜਿਹੜਾ ਸਿੱਧੂ ਤੇ ਬੁਲਾਰੀਆ ਦਾ ਅੰਮ੍ਰਿਤਸਰ ਦੇ ਵਿੱਚ ਦੋਨਾਂ ਦਾ ਹੋਣਾ ਕਾਂਗਰਸ ਲਈ ਕਿਤੇ ਨਾ ਕਿਤੇ ਫਾਇਦੇ ਦਾ ਸੌਦਾ ਹੋਣ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਅਗਰ ਆਪਾਂ ਲਾਲੀ ਮਜੀਠੀਆ ਦੀ ਗੱਲ ਕਰੀਏ, ਤੀਜਾ ਕੈਂਡੀਡੇਟ ਵੀ ਇਹਨਾਂ ਦਾ ਕਾਫੀ ਸਟਰੋਂਗ ਹੈ, ਤੇ ਅੰਮ੍ਰਿਤਸਰ ਡਿਸਟ੍ਰਿਕਟ ਜਿੱਥੇ ਇੱਕ ਕਾਂਗਰਸ ਜਿਹੜੀ ਹੈਗੀ ਕਾਫੀ ਸਥਾਪਿਤ ਨਜ਼ਰ ਆ ਰਹੀ ਹੈ। ਜੇ ਆਪਾਂ ਗੱਲ ਕਰੀਏ ਤਾਂ ਮਾਝਾ, ਹਾਲਾਂਕਿ ਜਿਹੜਾ ਪ੍ਰਭਾਵ ਜ਼ਿਆਦਾ ਹੈ ਉਹ ਰਿਜ਼ਲਟ ਦੇ ਵਿੱਚ ਜਾ ਕੇ ਮਾਲਵੇ ਦਾ ਪੈਂਦਾ, ਪਰ ਮਾਝੇ ਦੇ ਵਿੱਚ ਇਸ ਵੇਲੇ ਕਾਂਗਰਸ ਜਿਹੜੀ ਹੈਗੀ ਉਹ ਸਟਰੋਂਗ ਦਿਖ ਰਹੀ ਹੈ ਆਪਾਂ ਨੂੰ। ਦੂਸਰੀ ਗੱਲ, ਜਿੱਦਾਂ ਹੁਣ ਸੀਪੀ ਜੀ ਤੁਸੀਂ ਥੋੜ੍ਹੀ ਜਿਹੀ ਛੇੜੀ ਹੈ ਕਿ ਕੈਪਟਨ ਸਾਹਿਬ ਨੇ ਜਿਹੜਾ ਉਹਨਾਂ ਦਾ ਮੈਨੀਫੈਸਟੋ ਹੈ ਉਹਨੂੰ ਐਕਸਪੈਂਡ ਕਰਨ ਦੀ ਜਿਹੜੀ ਗੱਲ ਕਰ ਦਿੱਤੀ, ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਪੈਟਰੋਲ ਜਿਹੜਾ ਹੈ ਉਹ ਸਸਤਾ ਕਰਨਗੇ, 3 ਰੁਪਏ ਸਸਤਾ ਕਰਨਗੇ, LPG ਦਾ ਸਿਲੰਡਰ ਜਿਹੜਾ ਹੈ ਉਹ 15 ਰੁਪਏ ਸਸਤਾ ਕਰਨਗੇ, ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸਟੂਡੈਂਟ ਤੇ ਸੀਨੀਅਰ ਸਿਟੀਜ਼ਨ ਨੂੰ ਜਿਹੜੀ ਸਟੇਟ ਟਰਾਂਸਪੋਰਟ ਹੈਗੀ ਆ ਉਹਦੇ ਫ੍ਰੀ ਪਾਸਿਸ ਵਗੈਰਾ ਦਿੱਤੇ ਜਾਣਗੇ ਜੀ। ਦਿਲਰਾਜ ਜੀ, ਕੈਪਟਨ ਸਾਹਿਬ ਅਜੇ ਵੀ ਆਪਣੀਆਂ ਲੁਭਾਵਣੀਆਂ ਗੱਲਾਂ ਤੋਂ ਬਾਜ਼ ਨਹੀਂ ਆ ਰਹੇ, ਜਦੋਂ ਵੀ ਕੋਈ ਸਾਹਮਣਿਓਂ ਉਹਨਾਂ ਨੂੰ ਵਿਪਤਾ ਨਜ਼ਰ ਆਉਂਦੀ ਹੈ, ਜਾਂ ਸਾਹਮਣਿਓਂ ਅੱਜ BJP ਦਾ ਮੈਨੀਫੈਸਟੋ ਆਇਆ ਤਾਂ ਕੈਪਟਨ ਸਾਹਿਬ ਨੇ ਵੀ 1-2 ਅਮੈਂਡਮੈਂਟਸ ਜਿਹੜੀਆਂ ਹੈਗੀਆਂ ਨਾਲ ਲੱਗਦੀਆਂ ਕਰਤੀਆਂ। ਕੀ ਲੱਗਦਾ ਕਿ ਇਹਨਾਂ ਗੱਲਾਂ ਦਾ ਪ੍ਰਭਾਵ ਕੈਪਟਨ ਸਾਹਿਬ ਦੀਆਂ ਜਿਹੜੇ ਇਸ ਤਰੀਕੇ ਦੇ ਛੋਟੇ-ਛੋਟੇ ਚੇਂਜਿਸ ਕਰਦੇ ਪਏ ਨੇ, ਇਹਨਾਂ ਦਾ ਪ੍ਰਭਾਵ ਵੋਟਰ ਤੱਕ ਉਹ ਪਾ ਪਾਉਣਗੇ? ਕੁਲਵੀਰ ਜੀ, ਉਸ ਤੋਂ ਪਹਿਲਾਂ ਮੈਂ ਇੱਕ ਪੁਆਇੰਟ ਮੇਰੇ ਜ਼ਿਹਨ ਵਿੱਚ ਆਇਆ ਸੀ, ਤੁਸੀਂ ਅੰਮ੍ਰਿਤਸਰ ਦੀ ਗੱਲ ਕੀਤੀ ਸੀ, ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਸੀਗੀ। ਆਪਾਂ ਸਾਰੇ ਕਿ ਮੈਨੂੰ ਲੱਗਦਾ ਜਿੰਨੇ ਵੀ ਸਪੈਸ਼ਲਿਸਟ ਸੀਗੇ, ਜਿੰਨੇ ਵੀ ਜਰਨਲਿਸਟ ਸੀ, ਜਿੰਨੇ ਵੀ ਮੀਡੀਆ ਨਾਲ ਜੁੜੇ ਬੰਦੇ ਸੀ,
ਉਹ ਸਾਰੇ ਇਹ ਸਵਾਲ ਚੱਕਦੇ ਪਏ ਸੀਗੇ ਕਿ ਨਵਜੋਤ ਸਿੰਘ ਸਿੱਧੂ ਦਾ ਅਕਸ ਪੰਜਾਬ ਵਿੱਚ ਤਕਰੀਬਨ ਪੰਜਾਬ 'ਚ ਨਹੀਂ ਜੀ, ਸਿਰਫ ਅੰਮ੍ਰਿਤਸਰ ਦੀ ਸੀਟ ਵਾਸਤੇ ਮੈਂ ਤੁਹਾਨੂੰ ਜ਼ਿਕਰ ਕੀਤਾ ਉਹਨਾਂ ਦਾ। ਨਹੀਂ ਇੱਕ ਮਿੰਟ ਸਰ, ਮੈਨੂੰ ਗੱਲ ਕੰਪਲੀਟ ਕਰਨ ਦਿਓ। ਅਸੀਂ ਤਕਰੀਬਨ ਸਾਰੇ ਇਹ ਸੋਚਦੇ ਪਏ ਸੀ ਕਿ ਜਿੰਨੀ ਜ਼ਬਰਦਸਤ ਵੇਵ ਨਵਜੋਤ ਸਿੰਘ ਸਿੱਧੂ ਦੀ ਸੀ ਉਹ ਤਕਰੀਬਨ ਖਤਮ ਹੋ ਚੁੱਕੀ ਹੈ। ਲੋਕੀ ਉਹਨਾਂ ਨੂੰ ਪਸੰਦ ਨਹੀਂ ਕਰਨਗੇ। ਕਾਂਗਰਸ ਪਤਾ ਨਹੀਂ ਕਿਉਂ ਉਹਨਾਂ ਦੇ ਪਿੱਛੇ ਪਈ ਹੋਈ ਹੈ, ਕਾਂਗਰਸ ਕੀ ਚਾਹੁੰਦੀ ਹੈ ਉਹਨਾਂ ਤੋਂ। ਪਰ ਨਵਜੋਤ ਸਿੰਘ ਸਿੱਧੂ ਦੀ ਜੁਆਇਨਿੰਗ ਤੋਂ ਬਾਅਦ ਅੱਜ ਤਕਰੀਬਨ 3-4 ਦਿਨ ਹੋਏ ਆ, ਯਕੀਨ ਮੰਨੋ ਨਵਜੋਤ ਸਿੰਘ ਸਿੱਧੂ ਨੇ ਇੱਕ ਜ਼ਬਰਦਸਤ ਕਮਬੈਕ ਕੀਤਾ ਵਾ, ਸਪੈਸ਼ਲੀ ਅੰਮ੍ਰਿਤਸਰ ਵਾਲੀ ਬੈਲਟ ਵਿੱਚ। ਪੂਰੇ ਪੰਜਾਬ ਵਿੱਚ ਵੈਸੇ ਤਾਂ ਉਹਦਾ ਅਸਰ ਦਿਖਦਾ ਪਿਆ, ਹਰ ਰੋਜ਼ ਹਰ ਅਖਬਾਰ ਵਿੱਚ ਹਰ ਮੀਡੀਆ ਚੈਨਲ ਤੇ ਨਵਜੋਤ ਸਿੰਘ ਸਿੱਧੂ ਛਾਏ ਹੋਏ ਆ, ਸ਼ਾਇਦ ਕੈਪਟਨ ਅਮਰਿੰਦਰ ਸਿੰਘ ਤੋਂ ਕਿਤੇ ਜ਼ਿਆਦਾ। ਦੂਜੀ ਚੀਜ਼, ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਸ਼ੋਰ ਸ਼ਾਟ ਉੱਥੇ ਸਿਰਫ ਇੱਕ ਸੀਟ ਦੀ, ਜਿੰਨੀਆਂ ਵੀ ਸੀਟਾਂ ਉਹਦੇ ਤੇ ਨਵਜੋਤ ਸਿੰਘ ਸਿੱਧੂ ਆਪਣਾ ਜਿਹੜਾ ਇੱਕ ਪ੍ਰਭਾਵ ਹੈ ਉਹ ਡੈਫੀਨੇਟਲੀ ਛੱਡਣਗੇ ਤੇ ਉਹਦਾ ਫਾਇਦਾ ਕਾਂਗਰਸ ਨੂੰ ਹੁੰਦਾ ਦਿਖ ਰਿਹਾ। ਤੇ ਹੁਣ ਸਮਝ ਆ ਰਹੀ ਹੈ ਕਿ ਜੋ ਕਾਂਗਰਸ ਦੀ ਪਲੈਨਿੰਗ ਸੀਗੀ ਨਵਜੋਤ ਸਿੰਘ ਸਿੱਧੂ ਨੂੰ ਲੈਣ ਦੀ, ਤੇ ਆਖਰੀ ਤੱਕ ਕਈ ਬਾਰਗੇਨਿੰਗ ਹੋਈਆਂ, ਕਈ ਡੀਲਿੰਗ ਹੋਈਆਂ, ਪਰ ਤਾਂ ਵੀ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਤੇ ਮੈਨੂੰ ਲੱਗਦਾ ਹੈ ਕਿ ਇੱਕ ਪੋਜ਼ਿਟਿਵ ਹਜੇ ਤੱਕ ਵੀ ਲੋਕਾਂ ਦੇ ਮਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਪ੍ਰਤੀ ਇੱਕ ਜਿਹੜਾ ਪੋਜ਼ਿਟਿਵ ਰਵੱਈਆ ਉਹ ਸਟੈਂਡ ਕਰਦਾ ਪਿਆ। ਦੂਜੀ ਚੀਜ਼, ਕੈਪਟਨ ਸਾਹਿਬ ਬਿਲਕੁਲ ਕਈ ਚੀਜ਼ਾਂ ਹੋਰ ਐਡ ਕਰਨਗੇ, ਕਈ ਕੁਝ ਪਹਿਲੇ ਕੀਤਾ ਵਾ, ਚਾਹੇ ਉਹ ਫ੍ਰੀ ਮੋਬਾਈਲ ਵਾਲੀ ਗੱਲ ਹੋਵੇ, ਫ੍ਰੀ ਸਮਾਰਟਫੋਨ ਵਾਲੀ ਗੱਲ ਹੋਵੇ, ਚਾਹੇ ਕਿਸਾਨਾਂ ਤੋਂ ਜਿਹੜਾ ਕਰਜ਼ੇ ਮਾਫੀ ਲਈ ਸਾਈਨ ਕਰਾਏ ਹੋਣ, ਫ੍ਰੀ ਘਰ ਦੀ ਗੱਲ ਹੋਵੇ ਗਰੀਬਾਂ ਨੂੰ। ਕੈਪਟਨ ਸਾਹਿਬ ਹਰ ਉਹ ਚੀਜ਼ ਕਰਨ ਨੂੰ ਤਿਆਰ ਹੈ ਇਸ ਵਾਰੀ ਜਿਹਦੇ ਨਾਲ ਉਹਨਾਂ ਨੂੰ ਲੱਗਦਾ ਕਿ ਇਹ ਸਰਕਾਰ ਮੇਰੀ ਬਣ ਸਕੇ। ਉਹਨਾਂ ਨੂੰ ਇਹ ਵੀ ਪਤਾ ਕਿ ਜੇ ਇਸ ਵਾਰ ਨਾ ਬਣੀ ਤਾਂ ਉਹਨਾਂ ਦਾ ਰਾਜਨੀਤਿਕ ਕੈਰੀਅਰ ਤਕਰੀਬਨ ਖਤਮ ਹੀ ਹੈ। ਕਈ ਵਾਰੀ ਉਹ ਕਹਿ ਚੁੱਕੇ ਨੇ ਕਿ ਮੈਂ ਆਖਰੀ ਵਾਰ ਇਲੈਕਸ਼ਨ ਲੜਦਾ ਪਿਆ ਵਾਂ, ਇਸ ਕਰਕੇ ਮੈਨੂੰ ਜਿਤਾਓ, ਮੈਂ ਪੰਜਾਬ ਚੇਂਜ ਕਰਨਾ ਚਾਹੁੰਦਾ ਵਾਂ। ਹਰ ਉਹ ਚੀਜ਼ ਕਾਂਗਰਸ ਕਰਨਾ ਚਾਹੁੰਦੀ ਹੈ। ਇਕੱਲੇ ਕੈਪਟਨ ਸਾਹਿਬ ਹੀ ਕਿਉਂ, ਮੈਨੂੰ ਲੱਗਦਾ ਕਿ ਕਾਂਗਰਸ ਦੀ ਵੀ ਸਾਖ ਦੀ ਲੜਾਈ ਬਣ ਚੁੱਕੀ ਹੈ ਪੰਜਾਬ ਇਲੈਕਸ਼ਨ 'ਚ। ਯੂਪੀ ਕਾਂਗਰਸ ਜਿੱਤ ਨਹੀਂ ਸਕਦੀ, ਚਾਹੇ ਸਾਈਕਲ ਦੇ ਨਾਲ ਪਾਰਟਨਰਸ਼ਿਪ ਕਰ ਲਈ ਹੈ, 101 ਸੀਟਾਂ ਤੇ ਲੜਨ ਵੀ ਜਾ ਰਹੀ ਹੈ, ਪਰ ਤਾਂ ਵੀ ਉੱਥੇ ਇੰਡੀਵਿਜੂਅਲ ਸਰਕਾਰ ਨਹੀਂ ਬਣਾ ਸਕਦੀ। ਸਿਰਫ ਇੱਕ ਹੀ ਜਗ੍ਹਾ ਵਾ ਜਿੱਥੇ ਕਾਂਗਰਸ ਸਰਕਾਰ ਬਣਾ ਸਕਦੀ ਹੈ ਤੇ ਉਹ ਹੈ ਪੰਜਾਬ। ਜੇ ਪੰਜਾਬ ਵਿੱਚ ਬਣਾ ਜਾਂਦੀ ਹੈ ਤੇ ਜਿਹੜਾ ਇੱਕ ਬੀਜੇਪੀ ਨੇ ਉਹ ਕਾਂਗਰਸ ਮੁਕਤ ਭਾਰਤ ਦੀ ਇੱਕ ਘੋਸ਼ਣਾ ਕੀਤੀ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਬਾਹਰ ਹੁੰਦੀ ਗਈ ਸਟੇਟ ਚੋਂ, ਉਹਦੇ ਤੇ ਵਿਰਾਮ ਚਿੰਨ੍ਹ ਲੱਗ ਜਾਏਗਾ। ਜੇ ਪੰਜਾਬ ਵੀ ਹਾਰ ਜਾਂਦੀ ਹੈ ਤੇ ਡੈਫੀਨੇਟਲੀ ਜਿਹੜਾ ਉਹ ਬੀਜੇਪੀ ਮੁਕਤ ਭਾਰਤ ਦੀ ਗੱਲ ਕੀਤੀ ਸੀ ਉਹਦੇ ਤੇ ਇੱਕ ਕਦਮ ਅੱਗੇ ਵੱਧ ਜਾਏਗੀ। ਤੇ ਕਾਂਗਰਸ ਲਈ ਇਕੱਲੇ ਕੈਪਟਨ ਅਮਰਿੰਦਰ ਤੇ ਮੈਨੂੰ ਲੱਗਦਾ ਕਾਂਗਰਸ ਲਈ ਸਾਖ ਦੀ ਲੜਾਈ ਬਣ ਚੁੱਕੀ ਹੋਈ ਹੈ ਤੇ ਕਾਂਗਰਸ ਹਰ ਉਹ ਚੀਜ਼ ਵਰਤੇਗੀ ਜਿਹਦੇ ਨਾਲ ਉਹ ਇਹ ਇਲੈਕਸ਼ਨ ਜਿੱਤ ਸਕਣ। ਜੀ, ਮੈਂ ਗੱਲ ਕੀਤੀ ਸੀ ਜੀ, ਜਿਹੜਾ ਕੈਪਟਨ ਸਾਹਿਬ ਨੇ 2-3 ਚੀਜ਼ਾਂ ਹੋਰ ਐਡ ਕਰ ਦਿੱਤੀਆਂ ਆਪਣੇ ਮੈਨੀਫੈਸਟੋ ਦੇ ਵਿੱਚ ਕਿ ਪੈਟਰੋਲ ਸਸਤਾ ਕਰ ਦੇਣਗੇ, ਗੈਸ ਸਿਲੰਡਰ 15 ਰੁਪਏ ਸਸਤਾ ਕਰ ਦੇਣਗੇ, ਸੀਨੀਅਰ ਸਿਟੀਜ਼ਨ ਨੂੰ ਤੇ ਸਟੂਡੈਂਟਸ ਨੂੰ ਜਿਹੜੇ ਹੈਗੇ ਆ ਫ੍ਰੀ ਪਾਸ ਦੇਣਗੇ ਬੱਸਾਂ ਦੇ, ਸਰਕਾਰੀ ਬੱਸਾਂ ਦੇ। ਕੀ ਲੱਗਦਾ ਤੁਹਾਨੂੰ ਕਿ ਕਿਉਂਕਿ ਆਲਰੇਡੀ ਉਹਨਾਂ ਦਾ ਜਿਹੜਾ ਪਹਿਲਾ ਮੈਨੀਫੈਸਟੋ ਆ ਉਹ ਸਾਰੇ ਦਾ ਸਾਰਾ ਲੁਭਾਵਣਾ ਮੈਨੀਫੈਸਟੋ ਆ, ਚਾਹੇ ਉਹ ਫੋਨ ਲੋਕਾਂ ਨੂੰ ਦੇਣ ਦੀ ਗੱਲ ਹੋਵੇ ਡਾਟਾ ਦੇ ਨਾਲ, ਚਾਹੇ ਉਹ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਹੋਵੇ, ਚਾਹੇ ਹਰ ਘਰ ਦੇ ਵਿੱਚ ਨੌਕਰੀ ਦੇਣ ਦੀ ਗੱਲ ਹੋਵੇ, ਚਾਹੇ ਉਹ 5 ਰੁਪਏ ਦੇ ਵਿੱਚ ਗਰੀਬ ਨੂੰ ਖਾਣਾ ਦੇਣ ਦੀ ਗੱਲ ਹੋਵੇ, ਚਾਹੇ ਆਟਾ ਦਾਲ ਸਕੀਮ ਨੂੰ ਉਹ ਚਾਹ ਪੱਤੀ ਤੱਕ ਵੀ ਲੈ ਗਏ ਨੇ ਐਕਸਟੈਂਡ ਕਰਕੇ ਉਹਦੀ ਗੱਲ ਹੋਵੇ, ਪਰ ਅਜੇ ਵੀ ਉਹ ਕੁਛ ਨਾ ਕੁਛ ਜਿਹੜਾ ਉਹਦੇ ਵਿੱਚ ਮੈਨੀਫੈਸਟੋ ਦੇ ਵਿੱਚ ਐਡ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਕੀ ਲੱਗਦਾ ਤੁਹਾਨੂੰ ਕਿ ਕੈਪਟਨ ਅਮਰਿੰਦਰ ਸਿੰਘ ਹਰ ਪਾਸਿਓਂ ਇੰਨਾ ਜ਼ਿਆਦਾ ਜ਼ੋਰ ਉਹਨਾਂ ਨੂੰ ਕਿਉਂ ਲਾਉਣਾ ਪੈ ਰਿਹਾ ਔਰ ਕਿਉਂ ਉਹ ਲੋਕਾਂ ਦੀਆਂ ਹੋਰ ਲੁਭਾਵਣੀਆਂ ਸਕੀਮਾਂ ਦੇ ਵਿੱਚ ਧਿਆਨ ਦੇ ਰਹੇ ਨੇ? ਸ਼ਬਦੀਪ ਜੀ, ਤੁਸੀਂ ਗੱਲ ਕਰ ਸਕਦੇ ਹੋ ਜੀ ਇੱਥੇ। ਹਾਂਜੀ ਕੁਲਵੀਰ ਜੀ, ਮੈਂ ਇਹ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਮੈਨੀਫੈਸਟੋ ਜਾਰੀ ਹੁੰਦੇ ਨੇ, ਇਹਨਾਂ ਲਈ ਇੱਕ ਸ਼ਬਦ ਵਰਤਿਆ ਜਾਣਾ ਚਾਹੀਦਾ, ਇਹ ਇੱਕ ਤਰ੍ਹਾਂ ਨਾਲ ਵੋਟ ਬਟੋਰੂ ਮੈਨੀਫੈਸਟੋ ਨੇ। ਪੰਜਾਬ ਦੇ ਵਿੱਚ ਜਿੰਨੇ ਵੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਜਾਰੀ ਹੋ ਰਹੇ ਨੇ ਵੋਟ ਬਟੋਰੂ ਮੈਨੀਫੈਸਟੋ ਨੇ। ਔਰ ਜੇ ਲੋਕ ਇਹਨਾਂ ਰਾਹਤਾਂ ਦੇ ਸ਼ਿਕਾਰ ਹੁੰਦੇ ਨੇ, ਜੇ ਲੋਕ ਇਹਨਾਂ ਸਬਸਿਡੀਆਂ ਸੁਗਾਤਾਂ ਦੇ ਸ਼ਿਕਾਰ ਹੁੰਦੇ ਨੇ, ਤਾਂ ਇਹ ਜਮਹੂਰੀਅਤ ਲਈ ਕੋਈ ਬਹੁਤ ਸ਼ੁਭ ਸ਼ਗਨ ਨਹੀਂ ਹੈ, ਬਲਕਿ ਇਹ ਜਮਹੂਰੀਅਤ ਲਈ ਇੱਕ ਤਰ੍ਹਾਂ ਦੇ ਨਾਲ ਖਤਰਨਾਕ ਚੀਜ਼ ਹੈ। ਕਿਉਂਕਿ ਤੁਸੀਂ ਲੋਕੀ ਨੇਤਾਵਾਂ ਕੋਲੋਂ ਇਹ ਡਿਮਾਂਡ ਨਹੀਂ ਕਰਦੇ ਨਜ਼ਰ ਆ ਰਿਹਾ ਕਿ ਸਾਨੂੰ ਪੱਕੇ ਤੌਰ ਤੇ ਰੁਜ਼ਗਾਰ ਦਿੱਤਾ ਜਾਵੇ, ਅਸੀਂ ਆਪਣਾ ਰੋਟੀ ਰੋਜ਼ੀ ਕਮਾਉਣ ਦੇ ਤੇ ਖਾਣ ਦੇ ਕਾਬਿਲ ਹੋ ਸਕੀਏ, ਅਸੀਂ ਆਪਣੇ ਬਜ਼ੁਰਗਾਂ ਨੂੰ ਪਾਲ ਸਕੀਏ, ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕੀਏ। ਇਹਦੇ ਨਾਲੋਂ ਜ਼ਿਆਦਾ ਅਸੀਂ ਮੰਗ ਇਹ ਕਰ ਰਹੇ ਹਾਂ ਕਿ ਸਰਕਾਰ ਜਿਹੜੀ ਆ ਉਹ
ਕੁੜੀਆਂ ਦੀ ਪੜ੍ਹਾਈ ਫ੍ਰੀ ਕਰ ਦੇਵੇ, ਉਹ ਮੁੰਡਿਆਂ ਨੂੰ ਇੱਥੋਂ ਤੱਕ ਪੜ੍ਹਾਈ ਫ੍ਰੀ ਕਰ ਦੇਵੇ, ਉਹ ਮੁੰਡਿਆਂ ਨੂੰ ਮੋਬਾਈਲ ਫੋਨ ਖਰੀਦ ਕੇ ਦੇ ਦੇਵੇ, ਉਹ ਮੋਬਾਈਲ ਫੋਨ ਦੇ ਉੱਤੇ 1 ਸਾਲ ਦੇ ਲਈ ਡਾਟਾ ਫ੍ਰੀ ਕਰਵਾ ਦੇਵੇ। ਅਸੀਂ ਜੇ ਇਹਨਾਂ ਚੀਜ਼ਾਂ ਦੇ ਵਿੱਚ ਫਸ ਰਹੇ ਹਾਂ ਤਾਂ ਮੈਂ ਸਮਝਦਾ ਇਹ ਪੰਜਾਬ ਦੇ ਲਈ ਔਰ ਦੇਸ਼ ਦੇ ਲਈ ਕਾਫੀ ਖਤਰਨਾਕ ਚੀਜ਼ ਆ। ਤੇ ਲੰਮੇ ਸਮੇਂ ਲਈ ਜੇ ਇਸ ਤਰੀਕੇ ਦੀ ਅਸੀਂ ਜਮਹੂਰੀਅਤ ਦੇ ਵਿੱਚ ਫਸਦੇ ਚਲੇ ਜਾਵਾਂਗੇ ਤਾਂ ਸਾਡੇ ਲਈ ਇਹ ਸ਼ਾਇਦ ਬਹੁਤ ਜ਼ਿਆਦਾ ਨੁਕਸਾਨ ਆ। ਜਿਹੜੇ ਪੰਜਾਬ ਨੂੰ ਅਸੀਂ ਕਰਜ਼ੇ ਦੇ ਜਾਲ ਦੇ ਵਿੱਚ ਫਸਿਆ ਹੋਇਆ ਤਸਲੀਮ ਕਰਦੇ ਹਾਂ, ਜਿਹੜੇ ਪੰਜਾਬ ਦੀ ਕਿਸਾਨੀ ਜਿਹੜੀ ਉਹਦੀ ਰੀੜ੍ਹ ਦੀ ਹੱਡੀ ਕਹਿ ਸਕਦੇ ਹਾਂ, ਉਹ ਕਰਜ਼ੇ ਦੇ ਵਿੱਚ ਫਸੀ ਹੋਈ ਆ। ਜੇ ਉਹ ਪੰਜਾਬ ਹੋਰ ਲੰਮਾ ਸਮਾਂ ਇਹਨਾਂ ਰਾਹਤਾਂ ਸੁਗਾਤਾਂ ਦੇ ਵਿੱਚ ਫਸਿਆ ਰਿਹਾ ਤਾਂ ਸਾਡੀ ਆਰਥਿਕ ਪੋਜੀਸ਼ਨ ਜਿਹੜੀ ਪਹਿਲਾਂ ਵੀ ਦੇਸ਼ ਦੇ ਨਕਸ਼ੇ ਦੇ ਉੱਤੇ ਉੱਪਰੋਂ ਹੇਠਾਂ ਵੱਲ ਨੂੰ ਖਿਸਕਦੀ ਜਾ ਰਹੀ ਹੈ, ਅਸੀਂ ਹੋਰ ਹੇਠਾਂ ਵੱਲ ਨੂੰ ਖਿਸਕਦੇ ਹੋਏ ਨਜ਼ਰ ਆਵਾਂਗੇ। ਇਹਨੂੰ ਇਸ ਤਰੀਕੇ ਦੇ ਨਾਲ ਜੇ ਸੋਚੀਏ ਤਾਂ ਇਸ ਵੋਟ ਬਟੋਰੂ ਮੈਨੀਫੈਸਟੋ ਨੂੰ ਸਾਨੂੰ ਪੂਰੀ ਤਰ੍ਹਾਂ ਰੱਦ ਕਰਨਾ ਚਾਹੀਦਾ। ਤੇ ਜੇ ਲੋਕ ਹਾਲੇ ਵੀ ਇਸ ਤੋਂ ਪ੍ਰਭਾਵਿਤ ਹੁੰਦੇ ਨੇ ਤਾਂ ਸਾਨੂੰ ਇਸ ਤਰੀਕੇ ਨਾਲ ਸੋਚਣਾ ਪਵੇਗਾ ਕਿ ਅਸੀਂ ਕਿਹੜੀ ਕਿਸਮ ਦੀ ਜਮਹੂਰੀਅਤ ਦੇ ਅੰਡਰ ਜੀ ਰਹੇ ਹਾਂ ਔਰ ਕਿਸ ਕਿਸਮ ਦੇ ਲਾਰਿਆਂ ਦੇ ਵਿੱਚ ਫਸ ਰਹੇ। ਅਗਲੀ ਗੱਲ ਦਿਲਰਾਜ ਜੀ ਨੇ ਥੋੜੀ ਜਿਹੀ ਕੀਤੀ ਨਵਜੋਤ ਸਿੱਧੂ ਬਾਰੇ, ਮੈਂ ਉਹਦੇ ਬਾਰੇ ਸਿਰਫ ਇੰਨੀ ਕੁ ਟਿੱਪਣੀ ਕਰਨੀ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਪਿਛਲੇ 5-7 ਮਹੀਨਿਆਂ ਦੇ ਵਿੱਚ ਡਰਾਮੇਬਾਜ਼ੀ ਕੀਤੀ ਆ, ਜੇ ਉਸ ਡਰਾਮੇਬਾਜ਼ੀ ਦੇ ਬਾਵਜੂਦ ਅੰਮ੍ਰਿਤਸਰ ਦੀ ਸੀਟ ਦੇ ਉੱਤੇ ਉਹਨਾਂ ਨੂੰ ਹੁੰਗਾਰਾ ਮਿਲਦਾ ਜਾਂ 1-2 ਹੋਰ ਸੀਟਾਂ ਦੇ ਉੱਤੇ ਉਹ ਪ੍ਰਭਾਵਿਤ ਕਰਕੇ ਕਾਂਗਰਸ ਦੀ ਜਿੱਤ ਕਰਨ ਦੇ ਵਿੱਚ ਸਫਲ ਹੋ ਜਾਂਦੇ ਨੇ ਤਾਂ ਇਹਨੂੰ ਵੀ ਪੰਜਾਬ ਦੀ ਜਮਹੂਰੀਅਤ ਲਈ ਕੋਈ ਸ਼ੁਭ ਸ਼ਗਨ ਨਹੀਂ ਮੰਨਿਆ ਜਾਣਾ ਚਾਹੀਦਾ। ਕਾਂਗਰਸ ਨੂੰ ਖੁਸ਼ੀ ਹੋ ਸਕਦੀ ਆ, ਨਵਜੋਤ ਸਿੰਘ ਸਿੱਧੂ ਦੇ ਪੱਕੇ ਸਮਰਥਕਾਂ ਨੂੰ ਖੁਸ਼ੀ ਹੋ ਸਕਦੀ ਆ, ਪਰ ਇਸ ਕਿਸਮ ਦੇ ਨੇਤਾ ਤੇ ਇਸ ਕਿਸਮ ਦੀਆਂ ਸੁਗਾਤਾਂ ਰਾਹਤਾਂ ਵਾਲੀ ਜਿਹੜੀ ਪੋਲਿਟਿਕਸ ਆ ਜੇ ਉਹ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਮੈਂ ਘੱਟੋ ਘੱਟ ਇਹਨੂੰ ਪੰਜਾਬ ਦੇ ਭਵਿੱਖ ਲਈ ਇੱਕ ਕੋਈ ਸ਼ੁਭ ਸ਼ਗਨ ਨਹੀਂ ਮੰਨਦਾ, ਬਲਕਿ ਇੱਕ ਤਰ੍ਹਾਂ ਨਾਲ ਮੈਂ ਤਾਂ ਇਹਨੂੰ ਖਤਰਨਾਕ ਵਰਤਾਰਾ ਹੀ ਮੰਨੂਗਾ। ਪੰਜਾਬ ਪਹਿਲਾਂ ਹੀ ਇਸ ਕਿਸਮ ਦੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਭੁਗਤ ਚੁੱਕਾ, ਅਸੀਂ ਬਾਦਲ ਨੂੰ ਬਹੁਤ ਬੁਰੀ ਤਰ੍ਹਾਂ ਭੁਗਤ ਚੁੱਕੇ ਹਾਂ, ਅਸੀਂ ਕੈਪਟਨ ਨੂੰ ਵੀ ਭੁਗਤ ਚੁੱਕੇ ਹਾਂ। ਔਰ ਜੇ ਮੈਂ ਦਹਿਸ਼ਤਗਰਦੀ ਜਿਹੜੀ ਪੰਜਾਬ ਨੂੰ ਬਰਦਾਸ਼ਤ ਕਰਨੀ ਪਈ, ਉਹਨਾਂ ਦੇ ਬਹੁਤ ਸਾਰੇ ਸਰਗਣਿਆਂ ਦਾ ਨਾਂ ਲੈ ਤੋਂ ਬਿਨਾਂ ਗੱਲ ਕਰਾਂ ਤਾਂ ਅਸੀਂ ਉਹਨਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਭੁਗਤ ਚੁੱਕੇ ਹਾਂ। ਪੰਜਾਬ ਦੇ ਲੋਕਾਂ ਨੂੰ ਆਖਰਕਾਰ ਸਿਆਣੇ ਹੋਣਾ ਪੈਣਾ ਔਰ ਕਦੋਂ ਹੋਣਗੇ ਇਹਦੇ ਬਾਰੇ ਸਾਨੂੰ ਭਵਿੱਖ ਦੇ ਵਿੱਚ ਯਕੀਨ ਜ਼ਰੂਰ ਰੱਖਣਾ ਚਾਹੀਦਾ। ਪਰ ਅੱਜ ਦਾ ਪੰਜਾਬ ਕੋਈ ਬਹੁਤ ਐਦਾਂ ਦਾ ਨਹੀਂ ਹੈ ਕਿ ਜਿਹਨੂੰ ਵੇਖ ਕੇ ਅਸੀਂ ਇਹ ਕਹੀਏ ਕਿ ਸਾਡਾ ਭਵਿੱਖ ਕਾਫੀ ਰੌਸ਼ਨ ਹੈ। ਪੰਜਾਬ ਦੇ ਵਿੱਚ ਜੇਤੂ ਕੌਣ ਹੁੰਦਾ ਇਹ ਤੇ ਵੋਟਾਂ ਤੈਅ ਕਰਨਗੀਆਂ, ਪਰ ਇੱਕ ਗੱਲ ਬਹੁਤ ਕਲੀਅਰ ਹੈ ਕਿ ਨੇਤਾਵਾਂ ਨੇ ਜੇਤੂ ਸਾਬਤ ਹੋ ਜਾਣਾ, ਜਮਹੂਰੀਅਤ ਨੇ ਪੰਜਾਬ ਦੇ ਵਿੱਚ ਹਾਰ ਜਾਣਾ। ਪੰਜਾਬ ਦੇ ਆਮ ਲੋਕਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਜਮਹੂਰੀਅਤ ਦੀ ਜੰਗ ਦੇ ਵਿੱਚ ਨੇਤਾਵਾਂ ਹੱਥੋਂ ਹਾਰਨਾ ਹੀ ਹੈ, ਪਾਰਟੀ ਜਿਹੜੀ ਮਰਜ਼ੀ ਨੂੰ ਉਹ ਅੱਗੇ ਲੈ ਕੇ ਕਿਉਂ ਨਾ ਆ ਜਾਵੇ। ਸੀਪੀ ਜੀ। ਜੀ 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 ਕੁਲਵੀਰ ਜੀ, ਦੇਖੋ ਐਕਸਪੈਂਸ਼ਨ ਦੀ ਗੱਲ ਕਰ ਰਹੇ ਸੀ ਆਪਾਂ ਮੈਨੀਫੈਸਟੋ ਦੇ ਵਿੱਚ, ਬਹੁਤ ਸਾਰੇ ਇਦਾਂ ਦੇ ਗੱਲਾਂ ਹੋ ਜਾਂਦੀਆਂ ਜਿਵੇਂ ਹੁਣ ਪੈਟਰੋਲ ਸਸਤਾ ਕਰਨ ਦੀ ਗੱਲ ਕਰ ਰਹੇ ਨੇ। ਦੇਖੋ ਜਦੋਂ ਇੰਪਲੀਮੈਂਟੇਸ਼ਨ ਦੀ ਗੱਲ ਆਣੀ ਹੈ ਉਦੋਂ ਇਹ ਕਿਹਾ ਜਾਣਾ ਕਿ ਜਿਹੜੀਆਂ ਪੈਟਰੋਲ ਕੰਪਨੀਆਂ ਹੈ ਜਾਂ ਜਿਹੜੇ ਆਇਲ ਬੈਰਲਸ ਮਿਲ ਰਹੇ ਨੇ ਉਹ ਬਹੁਤ ਮਹਿੰਗੇ ਹੋ ਗਏ ਨੇ, ਅਸੀਂ ਇੱਥੇ ਨਹੀਂ ਕਰ ਸਕਦੇ। ਹਾਲਾਂਕਿ ਇਸ ਸਿਸਟਮ ਦੇ ਵਿੱਚ ਸਟੇਟ ਦਾ ਪੈਟਰੋਲ ਦਾ ਕਿੰਨਾ ਸਟੇਟ ਗਵਰਨਮੈਂਟ ਕੰਟਰੋਲ ਕਰ ਸਕਦੀ ਹੈ? ਸੈਂਟਰ ਤੋਂ ਜ਼ਿਆਦਾਤਰ ਉਹਨੂੰ ਕੰਟਰੋਲ ਕੀਤਾ ਜਾਂਦਾ ਹੈ। ਮੈਂ ਉਹੀ ਕਹਿ ਰਿਹਾ ਜੀ, ਸਟੇਟ ਨਹੀਂ, ਬਟ ਕੁਲਵੀਰ ਜੀ ਸਟੇਟ ਗਵਰਨਮੈਂਟ ਕੋਲ ਵੀ ਕੁਝ ਹਿੱਸਾ ਹੁੰਦਾ ਹੈ ਜਿਹਦੇ ਵਿੱਚੋਂ ਜਿਹੜਾ ਵੈਟ ਜਾਂ ਜਿਹੜਾ ਹੁਣ 1 ਅਪ੍ਰੈਲ ਤੋਂ ਬਾਅਦ GST ਦੇ ਫਾਰਮ ਦੇ ਵਿੱਚ ਆਏਗਾ ਉਸ ਨੂੰ ਵੀ ਕੰਟਰੋਲ ਚ ਕਰਕੇ ਅਸੀਂ ਪ੍ਰਾਈਸ ਨੂੰ ਕੰਟਰੋਲ ਕਰਕੇ ਲੋਕਾਂ ਨੂੰ ਦੇ ਸਕਦੇ ਹਾਂ। ਬਹੁਤ ਕੁਝ ਸਟੇਟ ਦੇ ਗਵਰਨਮੈਂਟ ਦੇ ਹੱਥ ਦੇ ਵਿੱਚ ਵੀ ਹੁੰਦਾ ਹੈ। ਸੋ ਬਟ ਜੇ ਇਹ ਅਸੀਂ ਗੱਲਾਂ ਹੀ ਕਰਨੀ ਹੈ ਔਰ ਲੋਕਾਂ ਨੂੰ, ਕਿਉਂਕਿ ਲੋਕਾਂ ਦੀ ਇੱਕ ਮੇਨ ਇਹ ਨੀਡ ਹੈ ਜਾਂ ਨੈਸੈਸਿਟੀ ਹੈ, LPG ਹੋ ਗਈ, ਪੈਟਰੋਲ ਹੋ ਗਿਆ ਜਾਂ ਜਿਹੜੇ ਬੱਸਾਂ ਦੇ ਕਿਰਾਏ ਨੇ, ਜੇ ਅਸੀਂ ਉਸ ਚੀਜ਼ ਨੂੰ ਦੇਖੋ ਅਮਰਿੰਦਰ ਸਾਹਿਬ ਨੇ ਇਸੇ ਕਰਕੇ ਅਮੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੀਆਂ ਸੀਟਾਂ ਤੇ ਉਹਨਾਂ ਨੂੰ ਖਿਸਕਦਾ ਨਜ਼ਰ ਆ ਰਿਹਾ ਉਹਨਾਂ ਦਾ ਕੈਂਡੀਡੇਟ, ਉੱਥੇ ਉਹਨਾਂ ਨੇ ਇਹ ਚੀਜ਼ਾਂ ਅੱਜ ਯਾਦ ਆਈਆਂ ਉਹਨਾਂ ਨੂੰ ਔਰ ਇਸੇ ਕਰਕੇ ਇੰਪਲੀਮੈਂਟ ਕਰਨ ਦੀ ਗੱਲ ਕੀਤੀ। ਲੇਕਿਨ ਇਹ ਇੰਪਲੀਮੈਂਟ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਪੈਟਰੋਲ LPG ਨੂੰ ਤਾਂ ਭੁੱਲ ਹੀ ਜਾਓ, ਤੁਸੀਂ ਸਟੇਟ ਗਵਰਨਮੈਂਟ ਦੀਆਂ ਬੱਸਾਂ ਦੇ ਵਿੱਚ ਕਿਰਾਇਆ ਨੂੰ ਵੀ ਰੈਗੂਲੇਟ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਸਿੱਧਾ ਜਾਂ ਸਿੱਧੇ ਤੌਰ ਤੇ LPG ਪੈਟਰੋਲ ਔਰ ਡੀਜ਼ਲ ਦੇ ਨਾਲ ਕਨੈਕਟਡ ਹੁੰਦਾ ਹੈ। ਸੋ ਇਹ ਚੀਜ਼ਾਂ ਹੋਰ ਕੁਝ ਨਹੀਂ ਹੈ, ਚੋਣ ਜੁਮਲੇ ਨੇ, ਸਿਰਫ ਆਪਣੀ ਇੱਕ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਡੈਮੇਜ ਹੋ ਰਿਹਾ ਕੈਂਡੀਡੇਟ ਨੂੰ ਜਾਂ ਪਾਰਟੀ ਨੂੰ ਡੈਮੇਜ ਭੁਗਤਣਾ ਪੈ ਸਕਦਾ ਹੈ, ਉੱਥੇ ਇਹ ਉਹਨਾਂ ਨੇ ਅਮੈਂਡਮੈਂਟ ਕਰਕੇ ਇਹ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਬਹੁਤਾ ਇੰਪੈਕਟ ਪਾਣਾ ਹੈ। ਹਾਂ, ਉਹ ਜਿਹੜੇ 10 ਕੈਂਡੀਡੇਟ ਹੈ ਇਹਨਾਂ ਨੂੰ ਪ੍ਰਭਾਵ ਜ਼ਰੂਰ ਪਾਉਣਗੇ ਪਾਰਟੀ ਦਾ, ਬਟ ਜੇ ਓਵਰਆਲ ਪੰਜਾਬ ਦੇ ਵਿੱਚ ਸਥਿਤੀ ਦੇਖੀਏ 2012 ਨਾਲੋਂ
ਅੱਜ ਜਿਹੜੀ ਕਾਂਗਰਸ ਦੀ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਜ਼ਿਆਦਾ ਸੁਧਰ ਚੁੱਕੀ ਹੈ, ਲੇਕਿਨ ਹੁਣ ਇਹ ਬਾਗੀ ਕਿੰਨਾ ਪ੍ਰਭਾਵ ਪਾਉਂਦੇ ਆ ਇਹ ਆਉਣ ਵਾਲਾ ਟਾਈਮ ਦੱਸੂਗਾ। ਹਾਂ ਭਾਵੇਂ ਸੀਪੀ ਜੀ ਇਸ ਵਾਰੀ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈਗੀ ਆ ਉਹ ਸੁਧਰੀ ਹੋਈ ਆ, ਆਪਾਂ ਉਹਨਾਂ ਦੇ ਅੰਦਰੂਨੀ ਸੰਕਟ ਨੂੰ ਲੈ ਕੇ ਇਹ ਗੱਲ ਕਹਿ ਸਕਦੇ ਹਾਂ ਕਿ ਪਿਛਲੀ ਵਾਰ ਨਾਲੋਂ ਕਾਂਗਰਸ ਦੀ ਜਿਹੜੀ ਸਥਿਤੀ ਹੈਗੀ ਆ ਸੁਧਰੀ ਹੋਈ ਆ, ਪਰ ਕਿਉਂਕਿ ਇਸ ਵਾਰ ਮੁਕਾਬਲਾ ਸਿਰਫ ਕਾਂਗਰਸ ਤੇ ਅਕਾਲੀਆਂ ਵਿੱਚ ਨਹੀਂ ਹੈਗਾ, ਇਸ ਵਾਰ ਆਪ ਵੀ ਉਨੀ ਹੀ ਸਟਰੋਂਗ ਪੰਜਾਬ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਆ ਜਿੰਨਾ ਦੋਨੋਂ ਇਹ ਪਾਰਟੀਆਂ ਨੇ। ਸੋ ਇਸ ਵਾਰੀ ਤਿਕੋਣੀ ਟੱਕਰ ਹੈ, ਇਸ ਕਰਕੇ ਸ਼ਾਇਦ ਅਸੀਂ ਕਾਂਗਰਸ ਦੇ ਵਧੀਆ ਪੋਜੀਸ਼ਨ ਦੇ ਹੋਣ ਦੇ ਬਾਵਜੂਦ ਵੀ ਕਾਂਗਰਸ ਦੇ ਬਾਰੇ ਜ਼ਿਆਦਾ ਹੋਪਫੁਲ ਨਹੀਂ ਹੋ ਸਕਦੇ। ਕੈਪਟਨ ਸਾਹਿਬ ਨੇ ਆਪ ਦੀ ਆਪਾਂ ਗੱਲ ਕੀਤੀ ਹੈ, ਕੈਪਟਨ ਸਾਹਿਬ ਨੇ ਇੱਥੇ ਤੱਕ ਵੀ ਕਹਿ ਦਿੱਤਾ ਕੱਲ ਕਿ ਆਪ ਦੀ ਕੈਂਪੇਨ ਨੂੰ ਸਪੋਰਟ ਕਰਨ ਵਾਸਤੇ ਜਿਹੜੇ ਬਾਹਰ ਤੋਂ NRI ਆ ਰਹੇ ਨੇ 40-45 ਹਜ਼ਾਰ, ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਦਿੱਤਾ ਕਿ ਇਹਨਾਂ ਨੂੰ ਵਾਪਸ ਭੇਜਿਆ ਜਾਵੇ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ। ਦਿਲਰਾਜ ਜੀ ਕੀ ਕਹਿਣਾ ਚਾਹੋਗੇ ਤੁਸੀਂ ਕੈਪਟਨ ਸਾਹਿਬ ਦੇ ਇਸ ਗੱਲ ਦੇ ਉੱਪਰ? ਕੀ ਉਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਪੋਰਟ ਦੇ ਉੱਪਰ ਜੋ NRI ਆ ਰਹੇ ਨੇ ਉਹ ਉਹਨਾਂ ਦੀ ਪਾਰਟੀ ਨੂੰ ਢਾਹ ਲਾ ਸਕਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਹੋਰ ਅੱਗੇ ਵਧਾ ਸਕਦੇ ਨੇ ਸ਼ਾਇਦ ਇਸ ਕਰਕੇ, ਜਾਂ ਉਹ ਆਮ ਆਦਮੀ ਪਾਰਟੀ ਦਾ ਵੈਸੇ ਹੀ ਵਿਰੋਧ ਕਰਨਾ ਚਾਹੁੰਦੇ ਨੇ? ਕਿਉਂਕਿ ਮੇਰਾ ਖਿਆਲ ਆ ਜੇ 40,000 ਤਾਂ ਬਹੁਤ ਜ਼ਿਆਦਾ ਨੇ, ਜੇ 4-5 ਹਜ਼ਾਰ ਵਲੰਟੀਅਰ ਵੀ ਇਸ ਵੇਲੇ NRI ਪੰਜਾਬ ਦੇ ਵਿੱਚ ਗਿਆ ਹੋਵੇਗਾ ਤਾਂ ਆਪ ਦੀ ਕੈਂਪੇਨ ਦੇ ਵਿੱਚ ਕਾਫੀ એનર્ਜੀ ਲੈ ਕੇ ਆ ਗਿਆ ਹੋਵੇਗਾ। ਬਿਲਕੁਲ ਸਰ, ਪੋਜ਼ਿਟਿਵ એનર્ਜੀ ਆਉਂਦੀ ਹੈ, ਹਰ ਜਗ੍ਹਾ ਪ੍ਰਚਾਰ ਕੀਤਾ ਜਾਂਦਾ ਹੈ। ਆਮ ਆਦਮੀ ਪਾਰਟੀ ਕਰਦੀ ਵੀ ਕਹੀ ਹੈ ਕਿ ਸਾਡੇ ਬਹੁਤ ਬੰਦੇ ਬਾਹਰੋਂ ਆਉਂਦੇ ਪਏ ਹੈ, ਕੈਨੇਡਾ ਤੋਂ ਆਉਂਦੇ ਪਏ, ਇੰਗਲੈਂਡ ਤੋਂ ਆਉਂਦੇ ਪਏ। ਮੈਨੂੰ ਲੱਗਦਾ ਉਸ ਤੋਂ ਵੀ ਵੱਡੀ ਜਿਹੜੀ ਚੀਜ਼ ਹੈ ਉਹ ਜਿਹੜੀ ਪੈਸੇ ਦੀ ਇਨਵੋਲਵਮੈਂਟ ਹੈ, ਜਿਹੜੀ ਫੰਡਸ ਦੀ ਇਨਵੋਲਵਮੈਂਟ ਹੈ। ਉਹ ਜਿਹੜੇ NRI ਇੱਥੇ ਆਣਗੇ ਉਹ ਦਬਾ ਕੇ ਪੈਸਾ ਖਰਚਦੇ ਪਏ ਹੈ, ਦਬਾ ਕੇ ਪੈਸਾ ਖਰਚਣਗੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਹੋਵੇ, ਚਾਹੇ ਹੋਲਡਿੰਗ ਲਵਾਉਣ, ਚਾਹੇ ਬੈਨਰ ਲਵਾਉਣ, ਚਾਹੇ ਹੋਰ ਬੱਸਾਂ ਦੇ ਕਿਰਾਏ ਭਰਨ ਜੀ, ਬਿਲਕੁਲ ਚਾਹੇ ਬੱਸਾਂ ਦੇ ਕਿਰਾਏ ਭਰਨ, ਕਿਤੇ ਨਾ ਕਿਤੇ ਉਹ ਸਾਰਾ ਕੁਝ ਕਾਂਗਰਸ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੋਨਾਂ ਨੂੰ ਹੀ ਸ਼ਾਇਦ ਚੁੱਭੇਗਾ। ਕਾਂਗਰਸ ਨੂੰ ਡੈਫੀਨੇਟਲੀ ਚੁੱਭੇਗਾ। ਉਹੀ ਇੱਕ ਕਾਰਨ ਹੋ ਸਕਦਾ। ਬਾਕੀ ਕੋਈ NRI ਦੇ ਆਉਣ ਦੇ ਨਾਲ ਜਾਂ ਪ੍ਰਚਾਰ ਕਰਨ ਦੇ ਨਾਲ ਕੋਈ ਇਹ ਬਹੁਤ ਵੱਡਾ ਕੋਈ ਵੋਟ ਬੈਂਕ ਤੇ ਅਸਰ ਨਹੀਂ ਪੈਣਾ, ਪਰ ਹਾਂ ਜਿਹੜਾ ਪੈਸਾ ਲੱਗੇਗਾ, ਜਿਹੜਾ ਪੈਸਾ ਇਨਵੈਸਟ ਹੋਏਗਾ ਰੈਲੀਆਂ ਤੇ ਹੋਰ ਚੀਜ਼ਾਂ ਤੇ, ਉਹਦੇ ਕਰਕੇ ਹੀ ਥੋੜਾ ਬਹੁਤਾ ਕੈਪਟਨ ਸਾਹਿਬ ਸ਼ਾਇਦ ਡਰਦੇ ਹੋਣ ਤੇ ਇਹੀ ਕਾਰਨ ਹੋਵੇ ਕਿ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਨੇ ਕੰਪਲੇਂਟ ਕੀਤੀ ਹੋਵੇ, ਕਿਉਂਕਿ ਇਲੈਕਸ਼ਨ ਕਮਿਸ਼ਨ ਕਹਿ ਵੀ ਚੁੱਕਾ ਵਾ ਕਿ ਉਹ NRI ਜਿਹੜੇ ਇੰਡੀਅਨ ਸਿਟੀਜ਼ਨ ਨੇ ਉਹ ਪ੍ਰਚਾਰ ਕਰ ਸਕਦੇ ਨੇ। ਉਹ ਸਹੀ ਹੈ ਨਹੀਂ ਸਹੀ ਇਲੈਕਸ਼ਨ ਕਮਿਸ਼ਨ ਉਹ ਇੱਕ ਬਾਅਦ ਦੀ ਗੱਲ ਹੈ, ਪਰ ਇਲੈਕਸ਼ਨ ਕਮਿਸ਼ਨ ਇਹ ਚੀਜ਼ ਸਪਸ਼ਟ ਕਰ ਚੁੱਕਾ। ਉਹਦੇ ਮੱਦੇਨਜ਼ਰ ਹੀ ਕੈਪਟਨ ਸਾਹਿਬ ਨੇ ਮੈਨੂੰ ਲੱਗਦਾ ਕਿ ਇਹ ਕੰਪਲੇਂਟ ਕੀਤੀ। ਸ਼ਬਦੀਪ ਜੀ, ਕੈਪਟਨ ਸਾਹਿਬ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਵਾਪਸ ਭੇਜਣ ਦੀ ਕੰਪਲੇਂਟ ਕੀਤੀ ਹੈ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਵਾਪਸ ਭੇਜਿਆ ਜਾਵੇ ਜਿੱਥੋਂ ਬਾਹਰੋਂ ਇਹ ਆਏ ਨੇ। ਉੱਥੇ ਹੀ ਇਹ ਵੀ ਸੁਣਨ ਚ ਆਇਆ ਕਿ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਪੋਰਟ ਦੇ ਵਿੱਚ ਰੈਲੀਆਂ ਕਰਨ ਆ ਰਹੇ ਨੇ, ਖਾਸ ਕਰਕੇ ਲੰਬੀ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਹੈਗਾ ਉਹ ਆਪਣਾ ਕਰਨਗੇ, ਆ ਕੇ ਲੰਬੀ ਸੀਟ ਦੇ ਉੱਪਰ ਕਾਫੀ ਜ਼ੋਰ ਲਾਉਣ ਦੀ ਕੋਸ਼ਿਸ਼ ਕਰਨਗੇ। ਕੀ ਲੱਗਦਾ ਕੈਪਟਨ ਸਾਹਿਬ ਜਿੰਨੇ ਵੀ ਢੰਗ ਤਰੀਕੇ ਨੇ, ਚਾਹੇ ਉਹ ਵਿਰੋਧਤਾ ਦੇ ਹੋਣ, ਚਾਹੇ ਉਹ ਆਪਣੀ ਪਾਰਟੀ ਨੂੰ ਸਪੋਰਟ ਕਰਨ ਦੇ ਹੋਣ, ਕੀ ਇਹ ਉਹਨਾਂ ਦੀ ਬੈਨੀਫਿਟ ਵਿੱਚ ਜਾਣਗੇ? ਕਿ ਰਾਹੁਲ ਦੀ ਜਿਸ ਤਰੀਕੇ ਦੀ ਇਮੇਜ ਹੈਗੀ ਆ ਉਹ ਉਹਨਾਂ ਨੂੰ ਕੋਈ ਸਪੋਰਟ ਕਰ ਸਕਦਾ, ਜਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਵਾਪਸ ਭੇਜਣ ਤੇ ਉਹਨਾਂ ਨੂੰ ਕੋਈ ਫਾਇਦਾ ਹੋ ਸਕਦਾ? ਸ਼ਬਦੀਪ ਜੀ ਦੀ ਮੇਰੇ ਖਿਆਲ ਲਾਈਨ ਡਿਸਕਨੈਕਟ ਹੋ ਗਈ ਆ। ਸ਼ਬਦੀਪ ਜੀ ਮੈਂ ਤੁਹਾਨੂੰ ਸੁਣ ਪਾ ਰਿਹਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਾਂ ਦੇਸ਼ ਦੇ ਢਾਂਚੇ ਦੇ ਵਿੱਚ ਕਿ ਉਹਨਾਂ ਨੂੰ ਇੰਨੀ ਗੱਲ ਦੀ ਵੀ ਸਮਝਣਾ ਹੋਵੇ ਕਿ ਮੇਰੇ ਇੱਕ ਬਿਆਨ ਦੇਣ ਦੇ ਨਾਲ ਚੋਣ ਕਮਿਸ਼ਨ ਐਦਾਂ ਦੀ ਕਾਰਵਾਈ ਕਰ ਹੀ ਨਹੀਂ ਸਕਦਾ ਪ੍ਰੈਕਟੀਕਲੀ, ਕਿਉਂਕਿ ਜੇ ਇਲੈਕਸ਼ਨ ਕਮਿਸ਼ਨ ਨੇ ਇੱਕ ਗੱਲ ਕਲੀਅਰ ਕਰ ਦਿੱਤੀ ਹੈ ਕਿ NRI ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਮੈਂ ਤਾਂ ਕਹਾਂਗਾ ਉਹਨਾਂ ਲਈ ਅਸੀਂ ਪ੍ਰਵਾਸੀ ਭਾਰਤੀ ਸ਼ਬਦ ਜੇ ਵਰਤ ਲਈਏ ਤਾਂ ਉਹ ਜ਼ਿਆਦਾ ਸਹੀ ਹੋਏਗਾ। ਜੇ ਉਹਨਾਂ ਦੇ ਵਿੱਚੋਂ ਜਿਹੜੇ ਲੋਕ ਪ੍ਰਚਾਰ ਕਰਨ ਦਾ ਹੱਕ ਰੱਖਦੇ ਨੇ ਕਾਨੂੰਨ ਮੁਤਾਬਕ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਕਲੀਅਰ ਕਰ ਦਿੱਤਾ, ਤੁਸੀਂ ਉਹਨਾਂ ਨੂੰ ਇਸ ਬਣਾ ਦੇ ਉੱਤੇ ਦੇਸ਼ ਦੇ ਵਿੱਚੋਂ ਬੇਦਖਲ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ ਕਿ ਉਹ ਪ੍ਰੈਕਟੀਕਲੀ ਤੁਹਾਡੇ ਖਿਲਾਫ ਭੁਗਤਣਗੇ, ਜਾਂ ਤੁਸੀਂ ਇਸ ਬਹਾਨੇ ਉਹਨਾਂ ਨੂੰ ਬਾਹਰ ਨਹੀਂ ਕਰ ਸਕਦੇ ਕਿ ਉਹਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਮੇਰੇ ਮੁਤਾਬਕ ਕਾਫੀ ਬਚਗਾਨਾ ਕਿਸਮ ਦਾ ਵਾ। ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੂੰ ਇੱਕ ਹੋਰ ਨਜ਼ਰੀਏ ਤੋਂ ਮੈਂ ਜ਼ਰੂਰ ਦੇਖਣਾ ਚਾਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਜਿਵੇਂ ਦਾਅਵੇ ਕਰਦੇ ਨੇ ਕਿ ਸਾਡੀ ਸਰਕਾਰ ਤਾਂ ਬਣੀ ਹੀ ਪਈ ਹੈ, ਸਾਨੂੰ ਤਾਂ ਸਿਰਫ ਲੋੜ ਇਸ ਗੱਲ ਦੀ ਹੈ ਕਿ ਸਾਡੀ ਬਹੁਤ ਸੰਮਤੀ ਜਿਹੜੀ ਉਹ ਇੰਨੀ ਮਜ਼ਬੂਤ ਹੋਵੇ ਕਿ ਅਸੀਂ ਆਪਣੀ ਮਰਜ਼ੀ ਦੇ ਕਾਨੂੰਨ ਬਣਾ ਲਈਏ। ਜੇ ਉਹਨਾਂ ਨੂੰ ਆਪਣੇ ਬਾਗੀਆਂ ਨੂੰ ਸਦਾ ਲਈ ਕੱਢ ਦੇਣ ਦੀ ਧਮਕੀ ਦੇਣੀ ਪੈਂਦੀ ਹੈ
ਜੇ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਕੋਲੇ ਇਹ ਸ਼ਿਕਾਇਤ ਕਰਨੀ ਪੈਂਦੀ ਆ ਕਿ ਆਮ ਆਦਮੀ ਪਾਰਟੀ ਲਈ ਕੰਮ ਕਰਨ ਵਾਲੇ ਜਿਹੜੇ ਪ੍ਰਵਾਸੀ ਭਾਰਤੀ ਆਏ ਨੇ ਉਹ ਪੰਜਾਬ ਲਈ ਬੜੇ ਖਤਰਨਾਕ ਸਾਬਤ ਹੋ ਸਕਦੇ ਨੇ, ਤਾਂ ਮੇਰਾ ਖਿਆਲ ਹੈ ਕਿ ਉਹਨਾਂ ਦੇ ਦਾਅਵੇ ਅਸਲ ਦੇ ਵਿੱਚ ਉਸ ਰੀਅਲ ਪੋਜੀਸ਼ਨ ਨੂੰ ਪੇਸ਼ ਕਰਦੇ ਨੇ, ਜਿਹੜੀ ਬਿਆਨਾਂ ਦੇ ਵਿੱਚ ਨਹੀਂ ਬਲਕਿ ਉਹਨਾਂ ਦੇ ਮਨ ਦੇ ਅੰਦਰ ਜਿਹੜੀ ਬੈਠੀ ਹੋਈ ਆ, ਮਨ ਦੇ ਅੰਦਰ ਸੱਚਾਈ ਜਿਹਨੂੰ ਆਪਾਂ ਕਹਿ ਸਕਦੇ ਹਾਂ। ਸ਼ਾਇਦ ਬਹੁਤ ਜ਼ਿਆਦਾ ਯਕੀਨ ਨਹੀਂ ਹੈ ਔਰ ਉਹ ਹਰ ਹੀਲੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜਿੱਤ ਨੂੰ ਪੱਕਿਆਂ ਕਰਨਾ ਚਾਹੁੰਦੇ ਨੇ। ਮੈਂ ਬਹੁਤ ਇਸ ਗੱਲ ਬਾਰੇ ਕਲੀਅਰ ਹਾਂ ਕਿ ਜਦੋਂ ਮੈਂ ਵਾਰ-ਵਾਰ ਕਹਿਣਾ ਕਿ ਪੰਜਾਬ ਦੇ ਵਿੱਚ ਹੰਗ ਅਸੈਂਬਲੀ ਆ ਰਹੀ ਆ ਤੇ ਸ਼ਾਇਦ ਮੈਂ ਇਹ ਵੀ ਕਹਿਣਾ ਕਿ ਜਿਹੜੇ ਦਾਅਵੇ ਕੀਤੇ ਜਾਂਦੇ ਨੇ, ਜੇ ਆਮ ਆਦਮੀ ਪਾਰਟੀ 100 ਸੀਟਾਂ ਦਾ ਕਰੀ ਜਾਵੇ, ਜੇ ਕਾਂਗਰਸ ਪਾਰਟੀ ਜਿਹੜੀ ਆ ਉਹ ਬਹੁਤ ਭਾਰੀ ਬਹੁਮਤ ਦਾ ਕਰੀ ਜਾਵੇ, ਸੁਖਬੀਰ ਸਿੰਘ ਬਾਦਲ ਆਪਣੀ ਤੀਜੀ ਵਾਰ ਵਾਪਸੀ ਦੇ ਦਾਅਵੇ ਕਰੀ ਜਾਵੇ, ਉਹ ਨੇਤਾਵਾਂ ਨੂੰ ਹੱਕ ਹੈ ਚੋਣਾਂ ਦੇ ਵਿੱਚ ਇਦਾਂ ਕਰਨ ਦਾ, ਉਹਨਾਂ ਨੂੰ ਕਰਨਾ ਵੀ ਚਾਹੀਦਾ ਕਿਉਂਕਿ ਆਖਿਰਕਾਰ ਉਹਨਾਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਆਪਣੇ ਹੱਕ ਦੇ ਵਿੱਚ। ਜੇ ਚੋਣਾਂ ਦੇ ਦਿਨਾਂ ਵਿੱਚ ਵੀ ਨੇਤਾ ਪੂਰਾ ਸੱਚ ਬੋਲਦੇ ਨੇ ਤਾਂ ਫਿਰ ਉਹ ਨੇਤਾ ਕਾਹਦੇ ਰਹਿ ਜਾਂਦੇ ਨੇ। ਤੇ ਵੈਸੇ ਵੀ ਸਿਆਸੀ ਲੋੜਾਂ ਇਸ ਗੱਲ ਲਈ ਮਜਬੂਰ ਕਰਦੀਆਂ ਨੇ ਕਿ ਉਤਸ਼ਾਹਿਤ ਕਰਨ ਦੇ ਲਈ ਪੂਰਾ ਸੱਚ ਨਾ ਵੀ ਬੋਲਣ, ਬਾਅਦ ਦੇ ਵਿੱਚ ਕਹਿ ਜਾਣ ਕਿ ਸਾਨੂੰ ਅਹਿਸਾਸ ਸੀ ਪਰ ਅਸੀਂ ਚੋਣਾਂ ਦੇ ਵਿੱਚ ਤਾਂ ਇਹ ਤਰੀਕਾ ਹੀ ਹੁੰਦਾ ਸਾਡਾ, ਅਸੀਂ ਇਦਾਂ ਹੀ ਕਰਨਾ। ਪਰ ਮੈਨੂੰ ਲੱਗਦਾ ਕਿ ਉਹ ਬਿਆਨ ਮੇਰੇ ਮੁਤਾਬਕ ਕੋਈ ਬਹੁਤ ਜ਼ਿਆਦਾ ਸਹੀ ਨਹੀਂ ਹੈ। ਇੱਕ ਗੱਲ ਮੈਂ ਛੋਟੀ ਜੀ 20 ਸੈਕਿੰਡ ਦੇ ਵਿੱਚ ਕਰਨੀ ਚਾਹੁੰਦਾ, ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਡੀਜ਼ਲ ਪੈਟਰੋਲ ਦੇ ਰੇਟ ਘਟਾਏ ਜਾਣ ਦੀ ਗੱਲ ਕੀਤੀ, ਜੇ ਅਸੀਂ ਤਕਨੀਕੀ ਤੌਰ ਦੇ ਉੱਤੇ ਵੇਖੀਏ ਤਾਂ ਇਹ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦਾ ਇਹ ਇੱਕੋ ਇੱਕ ਬਿਆਨ ਹੈ ਜਿਹੜਾ ਚੋਣਾਂ ਤੋਂ ਬਾਅਦ ਜੇ ਉਹਨਾਂ ਦੀ ਸਰਕਾਰ ਬਣਦੀ ਤੇ ਪ੍ਰੈਕਟੀਕੇਬਲ ਹੋ ਸਕਦਾ, ਕਿਉਂਕਿ ਜਿਹੜੇ ਤੇਲ ਦੇ ਰੇਟ ਨੇ ਆਮ ਤੌਰ ਦੇ ਉੱਤੇ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਲੋਕਾਂ ਨੂੰ ਤਾਰਨਾ ਪੈਂਦਾ, ਉਹਦਾ ਵੱਡਾ ਹਿੱਸਾ ਰਾਜ ਸਰਕਾਰਾਂ ਵੱਲੋਂ ਲਾਇਆ ਜਾਂਦਾ, ਟੈਕਸ ਵੀ ਹੁੰਦਾ ਹੈ। ਐਸਾ ਜੇ ਰਾਜ ਸਰਕਾਰ ਆਪਣੇ ਟੈਕਸ ਦੇ ਵਿੱਚ ਛੂਟ ਦੇ ਦਿੰਦੀ ਹੈ ਕਾਫੀ ਵੱਡੀ ਪੱਧਰ ਦੇ ਉੱਤੇ ਤੇ ਬਹੁਤ ਆਸਾਨੀ ਦੇ ਨਾਲ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਰੇਟ ਘਟਾ ਸਕਦੇ ਹੋ ਡੀਜ਼ਲ ਤੇ ਪੈਟਰੋਲ ਦਾ। ਈਵਨ ਜੇ ਸਾਡੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਨਾਲੋਂ ਮੋਹਾਲੀ ਦੇ ਨਾਲੋਂ 5 ਜਾਂ 7 ਰੁਪਏ ਪੈਟਰੋਲ ਸਸਤਾ ਹੋ ਸਕਦਾ, ਤਾਂ ਇਹ ਗੱਲ ਵੀ ਬਹੁਤ ਸੰਭਾਵਨਾ ਹੋ ਸਕਦੀ ਹੈ ਕਿ ਚੰਡੀਗੜ੍ਹ ਵਾਲੇ ਰੇਟ ਪੂਰੇ ਪੰਜਾਬ ਦੇ ਵਿੱਚ ਵੀ ਐਪਲੀਕੇਬਲ ਹੋ ਜਾਣ ਜੇ ਪੰਜਾਬ ਸਰਕਾਰ ਆਪਣੇ ਟੈਕਸ ਵਾਪਸ ਲੈ ਲਵੇ ਜਾਂ ਉਹਨਾਂ ਨੂੰ ਘੱਟ ਕਰ ਦੇਵੇ। ਸ਼ਾਇਦ ਪੂਰੀ ਚੋਣ ਮੁਹਿੰਮ ਦੇ ਵਿੱਚ ਕੈਪਟਨ ਸਾਹਿਬ ਦਾ ਇਹ ਇੱਕੋ ਇੱਕ ਬਿਆਨ ਹੈ, ਜੇ ਉਹ ਚਾਹੁਣ ਤਾਂ ਇਹਨੂੰ ਪ੍ਰੈਕਟੀਕੇਬਲ ਰੂਪ ਦੇ ਸਕਦੇ ਨੇ, ਜੇ ਉਹਨਾਂ ਨੂੰ ਸਰਕਾਰ ਬਣਾਉਣ ਦਾ ਕਿਸੇ ਵੀ ਤਰੀਕੇ ਦੇ ਨਾਲ ਮੌਕਾ ਮਿਲ ਜਾਵੇ, ਸਿੱਧੀ ਬਹੁਸੰਮਤੀ ਮਿਲ ਜਾਵੇ ਜਾਂ ਉਹ ਕਿਸੇ ਨਾਲ ਵੀ ਗੱਠਜੋੜ ਕਰਕੇ ਸਰਕਾਰ ਬਣਾ ਲੈਣ। ਬਾਕੀ ਹੁਣ ਤੱਕ ਜਿਹੜੇ ਚੋਣ ਮੈਨੀਫੈਸਟੋ ਨੇ ਉਹ ਵੋਟ ਬਟੋਰੂ ਨੇ, ਵੈਸੇ ਇਹ ਨਾਰਾ ਵੀ ਆਪਣੇ ਆਪ ਦੇ ਵਿੱਚ ਵੋਟ ਬਟੋਰੂ ਨਾਰਾ ਹੀ ਆ, ਪਰ ਕਹਿ ਸਕਦੇ ਹਾਂ ਕਿ ਕਿਸੇ ਹੱਦ ਤੱਕ ਪ੍ਰੈਕਟੀਕੇਬਲ ਨਾਰਾ। ਜੀ ਮੇਰੇ ਨਾਲ ਕਾਲਰ ਜੁੜੇ ਹੋਏ ਨੇ ਜੀ 2074। ਹੈਲੋ ਸਤਿ ਸ਼੍ਰੀ ਅਕਾਲ ਕੁਲਵੀਰ ਸਿੰਘ ਜੀ, ਸਾਰਿਆਂ ਨੂੰ ਮੈਂ ਬੁਲਾਉਣਾ ਜੀ। ਹਾਂਜੀ ਆਪਣਾ ਸ਼ੁਭ ਨਾਮ ਸਰ? ਮੈਂ ਸ਼ਮਸ਼ੇਰ ਸਿੰਘ ਹੈ ਜੀ। ਹਾਂਜੀ ਕੀ ਕਹਿਣਾ ਚਾਹੋਗੇ ਜੀ ਸ਼ਮਸ਼ੇਰ ਜੀ? ਮੈਂ ਜੀ ਅੱਜ ਦੀ ਡਿਬੇਟ ਤੇ ਮਤਲਬ ਇਹੀ ਕਹਿਣਾ ਚਾਹੁੰਦਾ ਕਿ ਮੈਂ ਪਹਿਲਾਂ 2-3 ਘੰਟੇ ਇੱਕ ਲਾਈਵ ਨਾ ਇੱਕ ਭਾਈ ਸਾਹਿਬ ਗਏ ਆ ਬਹੁਤ ਜ਼ਿਆਦਾ, ਉਹ ਇੱਕ ਟੀਵੀ ਤੇ ਲਾਈਵ ਆ ਰਿਹਾ ਸੀ 2-3 ਘੰਟੇ ਪਹਿਲਾਂ। ਹੈਲੋ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਦੇ ਸ਼ੋਅ ਬਾਰੇ, ਕੀ ਕਹਿਣਾ ਚਾਹੋਗੇ ਜਿਹੜਾ ਇਸ ਵੇਲੇ ਚੱਲ ਰਿਹਾ? ਅੱਜ ਦੇ ਸ਼ੋਅ ਬਾਰੇ ਮੈਂ ਕਹਿ ਰਿਹਾ ਜੀ, ਜਿਹੜੇ ਆਪਣੇ ਨਾਲ ਸਾਰੀਆਂ ਪਾਰਟੀਆਂ ਦੇ ਗਏ, ਕਿਸੇ ਥੋੜੇ ਗਏ ਕਿਸੇ ਦੇ ਬਾਹਲੇ ਗਏ ਨੇ, ਆਪ ਦੀ ਪਾਰਟੀ ਦੇ ਕੁਝ ਜ਼ਿਆਦਾ ਗਏ। ਮੈਂ ਉਹ ਨਹੀਂ ਕਹਿੰਦਾ ਵੀ ਇਹਨਾਂ ਦੀ ਸਰਕਾਰ ਆਵੇ, ਮੈਂ ਕਹਿੰਦਾ ਕੋਈ ਭ੍ਰਿਸ਼ਟ ਉਹ ਨਾ ਆਵੇ, ਪਰ ਉਹ ਕਹਿੰਦਾ ਇਹਨੇ ਜਿਹੜੇ ਇੱਥੋਂ ਗਏ ਆ ਨਾ ਇਹਨਾਂ ਦੇ ਜ਼ਿਆਦਾ ਬੰਦੇ ਹੋਣਗੇ। ਗਏ ਤਾਂ ਕਾਂਗਰਸ ਦੇ ਵੀ ਅਕਾਲੀਆਂ ਦੇ ਵੀ ਗਏ ਨੇ, ਇਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਇਹਨਾਂ ਨੂੰ ਦਬਕੇ ਦਿੱਤੇ ਜਾਂਦੇ ਆ। ਉਹ ਕਹਿੰਦਾ ਸਹੀ ਸਲਾਮਤ ਅੱਗੇ ਉਹਦੇ ਅੱਗੇ ਅਰਦਾਸ ਕਰੋ ਇਹ ਜਿਹੜੇ ਗਏ ਨੇ ਵੀ ਤੁਹਾਡੇ ਕੇਸ ਪਾ ਦਿਆਂਗੇ ਅਸੀਂ, ਮਤਲਬ ਜੇ ਕਰ ਦੇਂਗੇ ਉਹ ਕਰ ਦਿਆਂਗੇ। ਗਏ ਤਾਂ ਸਾਰੇ ਪਾਰਟੀਆਂ ਦੇ ਆ ਨਾ। ਅਸੀਂ ਤਾਂ ਇਹ ਕਹਿੰਦੇ ਆ, ਇੱਕ ਤੁਹਾਡੇ ਕੋਲ ਸ਼ਰੇਆਮ ਜਲੰਧਰ ਦੇ ਵਿੱਚ ਆਪਣੇ ਹੋਇਆ, ਉੱਥੇ ਆਪਣੇ ਪੁਲਿਸ ਖੜੀ ਸੀ, ਉਹ ਕੋਲ ਇੱਕ ਭਾਈ ਸਾਹਿਬ ਕਹਿ ਰਿਹਾ ਸੀਗਾ 3 ਢਿੱਡ ਦੇ ਵਿੱਚ ਗੋਲੀਆਂ ਗਾਲੀਆਂ ਮਾਰੀਆਂ ਗਈਆਂ। ਜੇ ਕਮਿਸ਼ਨ ਕਿਉਂ ਕਮਿਸ਼ਨ ਕੋਲੇ ਮਤਲਬ ਘਰ ਆ ਤਾਂ ਉਹ ਉਹਨਾਂ ਨੂੰ ਫੜਿਆ ਕਰਦੇ ਨਹੀਂ। ਜਿਹੜੀ ਉਹ ਆਮ ਲੋਕਾਂ ਦੀ ਜਾਂ ਇਲੈਕਸ਼ਨ ਨਾਲ ਸੰਬੰਧਿਤ ਨਹੀਂ ਹੈ ਜੀ, ਉਹ ਉੱਥੇ ਦੀ ਕੋਈ ਮੇਰਾ ਖਿਆਲ ਹੈ ਕੋਈ ਗੈਂਗ ਜਿਹੜੇ ਹੈਗੇ ਨੇ ਉੱਥੇ ਦੇ, ਕੋਈ ਉਹਨਾਂ ਦੀ ਆਪਸੀ ਕੋਈ ਖਹਿਬਾਜੀ ਦਾ ਨਤੀਜਾ ਜੀ। ਹਾਂਜੀ ਉਹੀ ਹੈ ਨਾ। ਉਹ ਕਹਿੰਦੇ ਉਹ ਤੇ ਅੱਗੇ ਕਿਸ ਵੇਲੇ ਤੱਕ ਗੱਲ ਕਰਦਾ ਵੀ ਹਾਲੇ ਵੀ ਨਾ ਉਹਨੂੰ ਹੱਥ ਨਹੀਂ ਪਾ ਰਿਹਾ, ਗੱਲ ਕਰਦਾ ਵੀ ਅਜੇ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਕੀ ਹੋਣਾ। ਅਸੀਂ ਤਾਂ ਇਹ ਕਹਿੰਦੇ ਆ ਬਈ ਕੋਈ ਚੰਗੀ ਸਰਕਾਰ ਆਵੇ ਜਿਹੜਾ ਕੋਈ ਭ੍ਰਿਸ਼ਟ ਨਾ ਹੋਵੇ। ਜੀ ਬਿਲਕੁਲ ਬਿਲਕੁਲ, ਮੇਰੇ ਖਿਆਲ ਹੈ ਤਾਂ ਵੀਰੋ ਆਪਣੇ ਪੰਜਾਬ ਦਾ ਭਲਾ ਤੇ ਉਹਦੇ ਚ ਹੀ ਆ ਜੀ। ਥੋੜਾ ਜਿਹਾ ਆਪਣਾ ਕਹਿਣਾ ਵੀ ਇਹਨਾਂ ਨੂੰ ਜ਼ਿਆਦਾ ਤੰਗ ਕਰ ਰਹੇ ਆ ਜੀ ਜਿਹੜੇ ਆਪਣੀ ਪਾਰਟੀ ਦੇ ਤੋਂ ਜ਼ਿਆਦਾ ਹਮਾਇਤ ਕਰਨ ਦੇ ਨੇ। ਜੀ ਬਿਲਕੁਲ, ਮੇਰਾ ਖਿਆਲ ਹੈ ਸਮਾਂ
ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਗੱਲਬਾਤ ਜਿਹੜੀ ਹੈਗੀ ਆ ਹੋਰ ਅੱਗੇ ਲੈ ਕੇ ਚੱਲੀਏ। ਇਹ ਤਾਂ ਬਹੁਤ ਥੋੜ੍ਹੇ ਦਿਨ ਰਹਿ ਗਏ ਨੇ, ਪੰਜਾਬ ਦੇ ਵੋਟਰਾਂ ਦੇ ਹੱਥ ਦੇ ਵਿੱਚ ਫੈਸਲਾ ਜਿਹੜੇ ਲੋਕਾਂ ਨੇ ਅਸਲ ਦੇ ਵਿੱਚ ਵੋਟਾਂ ਦਾ ਅਧਿਕਾਰ ਇਸਤੇਮਾਲ ਕਰਨਾ, ਉਹਨਾਂ ਨੂੰ ਇਸ ਵਾਰ ਜਾਗਰੂਕ ਹੋ ਕੇ ਆਪਣਾ ਵੋਟਾਂ ਦਾ ਅਧਿਕਾਰ ਜਿਹੜਾ ਹੈ ਉਹ ਵਰਤਣਾ ਪਏਗਾ, ਕਿਉਂਕਿ ਬਹੁਤ ਦੇਰ ਹੋ ਗਈ ਆ ਸਾਨੂੰ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਆਪਣੇ ਲੀਡਰਾਂ ਦੇ ਉੱਪਰ ਵਿਸ਼ਵਾਸ ਕਰਦਿਆਂ। ਮੈਂ ਹਮੇਸ਼ਾ ਕਹਿੰਦਾ ਕਿ ਇਸ ਵਾਰ ਅੱਖਾਂ ਤੋਂ ਪੱਟੀ ਲਾ ਕੇ ਜਿਹੜਾ ਹੈ ਉਹ ਬਿਲਕੁਲ ਸੋਚ ਸਮਝ ਕੇ ਵੋਟ ਪਾਇਓ। ਜਿਸ ਤਰੀਕੇ ਦੇ ਨਾਲ ਨਾ ਸਾਨੂੰ ਕਦੀ ਸ਼੍ਰੋਮਣੀ ਪਾਰਟੀ ਨੇ ਕੁਛ ਦਿੱਤਾ ਤੇ ਨਾ ਸਾਨੂੰ ਕਦੀ ਕਾਂਗਰਸ ਨੇ ਕੁਛ ਦਿੱਤਾ, ਨਾ ਸਾਨੂੰ ਜਿਹੜੀਆਂ ਪੰਥਕ ਪਾਰਟੀਆਂ ਉਹਨਾਂ ਨੇ ਕੁਛ ਦਿੱਤਾ, ਕਿਰਪਾ ਕਰਕੇ ਇਸ ਵਾਰੀ ਇੱਦਾਂ ਵੋਟ ਪਾਈ ਜਾਵੇ ਕਿ ਘੱਟੋ ਘੱਟ ਪੰਜਾਬ ਦੇ ਹਿੱਤੀ ਲੋਕ ਜਿੱਤ ਕੇ ਜਿਹੜੇ ਹੈਗੇ ਉਹ ਅਸੈਂਬਲੀ ਦੇ ਵਿੱਚ ਜਾਣ ਜੀ। ਇਸ ਦੇ ਨਾਲ ਹੀ ਸ਼ਬਦੀਪ ਜੀ, ਸੀਪੀ ਜੀ ਤੇ ਦਿਲਰਾਜ ਜੀ, ਤੁਹਾਡਾ ਭਖਤ ਦੀਆਂ ਖਬਰਾਂ ਵਿੱਚ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਕੁਲਵੀਰ ਥਿੰਦ ਵੱਲੋਂ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਵਿੱਚ ਕਾਲ ਕਰਕੇ ਹਿੱਸਾ ਲੈਣ ਵਾਲੇ ਮੇਰੇ ਕਾਲਰ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਨਾਲ ਹੀ ਦਿਓ ਇਜਾਜ਼ਤ ਜੀ, ਸਤਿ ਸ਼੍ਰੀ ਅਕਾਲ।